एक बारी नजर डिबेट पॉइंट्स दे उत्ते जिन्हां दे उत्ते गलबात अज कर रही है। बहुत इंपॉर्टेंट गंभीर संवेदनशील मुद्दा है, इस करके कोशिश करांगे कि बहुत ठरमे दे नाल आपां गलबात अज इस पूरे मुद्दे उत्ते करिए। इस करके सब तो पहला डिबेट पॉइंट्स दे विच सब तो पहला पॉइंट है कि प्रसारण दे उत्ते नवे एक्ट दी जरूरत की है, कि वाकई जरूरत है नवे एक्ट दी, क्योंकि एसजीपीसी का तर्क इत्थे यही है। एसजीपीसी की कह रही है? एसजीपीसी कह रही है कि टेंडर हैगे ने और कोई भी आके कोई भी चैनल आके उसके राइट्स लै सकता है, जो भी मर्यादा के तहत जिहड़ियां शर्तां ने उसनूं पूरा करता है। इस दे उत्ते गलबात होएगी कि एक्ट की जरूरत की है जो सरकार लेके आ रही है। पॉइंट नंबर 2 डिबेट पॉइंट फ्री टू एयर दे परहेज की है, क्योंकि जथेदार साहब ज्ञानी हरप्रीत सिंह जो साबका जथेदार ने, जो जथेदार सी तो उन्होंने कहा सी एसजीपीसी नूं कि एक नवा चैनल लैके आओ, नवा चैनल शुरू करो जिस दे नाल गुरबाणी पहुंचाई जा सके लोकां तक। तां फ्री टू एयर तो परहेज है, कि बाकी परहेज है एसजीपीसी नूं? जेकर है तो क्यों है? अगला पॉइंट अज दे डिबेट दा जिस दे उत्ते असीं गलबात करन दी कोशिश करांगे, ਇਹ ਨਵਾਂ ਐਕਟ ਜਾਂ ਫਿਰ ਫ੍ਰੀ ਟੂ 에ਅਰ ਵਾਲਾ ਪੂਰਾ ਕਨਸੈਪਟ ਪ੍ਰਚਾਰ ਪ੍ਰਸਾਰ ਦੇ ਵਿੱਚ ਕਿੰਨਾ ਮਦਦਗਾਰ ਇਹ ਹੋ ਸਕਦਾ ਹੈ। ਅੱਜ ਇਸ ਦੇ ਉੱਤੇ ਵੀ ਗੱਲਬਾਤ ਹੋਏਗੀ। ਘੁੰਮ ਫਿਰ ਕੇ ਗੱਲ ਤਾਂ ਇਹੀ ਹੈ ਨਾ, ਗੱਲ ਕੀ ਹੈ ਕਿ ਜੇਕਰ ਗੁਰਬਾਣੀ ਦਾ ਪ੍ਰਸਾਰ ਹੁੰਦਾ ਹੈ ਤਾਂ ਸਿੱਖੀ ਦਾ ਪ੍ਰਚਾਰ ਹੁੰਦਾ ਹੈ, ਤਾਂ ਜੇ ਨਵਾਂ ਐਕਟ ਆਉਂਦਾ ਹੈ ਜਾਂ ਨਵੇਂ ਐਕਟ ਦੇ ਉੱਤੇ ਮੋਹਰ ਲੱਗਦੀ ਹੈ ਤਾਂ ਫਿਰ ਇਸ ਦਾ ਅਸਰ ਕਿੰਨਾ ਨਜ਼ਰ ਆਏਗਾ, ਇਸ ਦੇ ਉੱਤੇ ਗੱਲਬਾਤ ਹੋਏਗੀ। ਤਾਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਵਾਂਗੇ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਗੱਲਬਾਤ ਕਰਾਂਗੇ ਕਿਉਂਕਿ ਮੁੱਦਾ ਇਸ ਤਰੀਕੇ ਦਾ ਜਿਸ ਦੇ ਉੱਤੇ ਤਫਸੀਲ ਦੇ ਨਾਲ ਗੱਲਬਾਤ ਹੋਣੀ ਜ਼ਰੂਰੀ ਹੈ ਔਰ ਤੁਸੀਂ ਕਹਿ ਸਕਦੇ ਹੋ ਕਿਤੇ ਨਾ ਕਿਤੇ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਜ਼ਰੂਰ ਸਵਾਲ ਚੁੱਕੇ ਜਾ ਰਹੇ ਨੇ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਸਾਡੇ ਨਾਲ ਚਰਚਾ ਦੇ ਵਿੱਚ ਸ਼ਾਮਲ ਹੋਣਗੇ। ਮਲਵਿੰਦਰ ਸਿੰਘ ਕੰਗ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ, ਚੀਫ ਸਪੋਕਸ ਪਰਸਨ ਨੇ। ਕੰਗ ਸਾਹਿਬ ਬਹੁਤ-ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ। ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ, ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ। ਪੀਰ ਮੁਹੰਮਦ ਜੀ ਬਹੁਤ-ਬਹੁਤ ਸਵਾਗਤ ਹੈ। ਜਸਕਰਨ ਸਿੰਘ ਕਾਲੋ ਜੀ ਜੁੜ ਰਹੇ ਨੇ ਸਾਡੇ ਨਾਲ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਕਾਲੋ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਤੇ ਇਸ ਦੇ ਨਾਲ ਹੀ ਸਾਡੇ ਨਾਲ ਜੈ ਬੰਸ ਜੀ ਜੁੜ ਰਹੇ ਨੇ, ਭਾਰਤੀ ਜਨਤਾ ਪਾਰਟੀ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ, ਸਕਾਈਪ ਦੇ ਜ਼ਰੀਏ ਜੁੜੇ ਹੋਏ ਨੇ। ਜੈ ਬੰਸ ਜੀ ਬਹੁਤ-ਬਹੁਤ ਸਵਾਗਤ ਹੈ। ਕਾਲੋ ਸਾਹਿਬ ਵੀ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਮੈਂ ਸ਼ੁਰੂਆਤ ਕਰਦਾ सीएम ਨੂੰ ਆਪਾਂ ਸੁਣਿਆ ਕੀ ਕੁਝ ਕਹਿ ਰਹੇ ਨੇ, ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦਾ ਰਿਐਕਸ਼ਨ ਵੀ ਆਪਾਂ ਦੇਖਿਆ ਹੈ ਕਿ ਉਹਨਾਂ ਦਾ ਕੀ ਕੁਝ ਕਹਿਣਾ, ਖਾਸ ਤੌਰ ਤੇ ਮਸੰਦ ਸ਼ਬਦ ਨੂੰ ਲੈ ਕੇ ਉਹਨਾਂ ਨੇ ਇਤਰਾਜ਼ ਜਤਾਇਆ। ਮੈਂ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਤੋਂ ਕਰਦਾ। ਪੀਰ ਮੁਹੰਮਦ ਜੀ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ। ਸਿੱਧਾ ਸਟੇਟ ਫਾਰਵਰਡ ਪੁਆਇੰਟ, ਪੀਰ ਮੁਹੰਮਦ ਸਾਹਿਬ, ਪੰਜਾਬ ਦੇ ਲੋਕ ਸਿੱਖ ਸੰਗਤ ਜਾਣਨਾ ਚਾਹੁੰਦੀ ਹੈ ਨਿਊਜ਼ 18 ਪੰਜਾਬ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਦੇਖਿਆ ਜਾਂਦਾ ਹੈ। ਤੁਸੀਂ ਵੀ ਜਾਣਦੇ ਹੋ, ਚਾਹੇ ਉਹ YouTube ਦੇ ਜ਼ਰੀਏ, ਚਾਹੇ ਜਿਹੜੇ ਟੀਵੀ ਪਲੇਟਫਾਰਮਸ ਹੁੰਦੇ ਉਹਨਾਂ ਦੇ ਜ਼ਰੀਏ, ਉਹ ਸਾਰੇ ਬੈਠ ਕੇ ਸੁਣਨਾ ਚਾਹੁੰਦੇ ਨੇ, ਤੁਹਾਨੂੰ ਜਾਣਨਾ ਚਾਹੁੰਦੇ ਨੇ। ਪੁਆਇੰਟ ਨੰਬਰ 1 ਕਿ ਇਤਰਾਜ਼ ਕੀ ਹੈ ਕਿ ਫ੍ਰੀ ਟੂ 에ਅਰ ਜੇਕਰ ਹੋ ਜਾਵੇ ਗੁਰਬਾਣੀ ਦਾ ਪ੍ਰਸਾਰਣ ਤਾਂ ਦਿੱਕਤ ਕੀ ਹੈ? ਉਸ ਦੇ ਨਾਲ ਤਾਂ ਪ੍ਰਚਾਰ ਪ੍ਰਸਾਰ ਵਧੇਗਾ, ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚੇਗੀ, ਜਿਹੜੇ ਨਹੀਂ ਪੈਸੇ ਖਰਚ ਕਰ ਸਕਦੇ ਉਹਨਾਂ ਤੱਕ ਵੀ ਪਹੁੰਚੇਗੀ, ਜਿਹਦੇ ਹੱਥ ਦੇ ਵਿੱਚ ਫੋਨ ਆ ਉੱਥੇ ਤੱਕ ਵੀ ਪਹੁੰਚੇਗੀ। ਦੇਖੋ ਗੱਲ ਇਹ ਸ਼ੁਕਲਾ ਜੀ, ਮੇਨ ਗੱਲ ਇਸ ਦਾ ਜਿਹੜਾ ਨਾ ਇਸ ਦੇ ਨਾਲ ਕੋਈ ਸਬੰਧ ਹੀ ਨਹੀਂਗਾ ਜੋ ਪੰਜਾਬ ਵਿਧਾਨ ਸਭਾ ਦੇ ਵਿੱਚ ਜਾਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ। ਅਸਲ ਦੇ ਵਿੱਚ ਇਹਨਾਂ ਦਾ ਮਨੋਰਥ ਕੁਝ ਹੋਰ ਹੈ। ਜਿੱਥੋਂ ਤੱਕ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਹੈ, ਉਸ ਦੇ ਵਿੱਚ ਤੁਸੀਂ ਦੇਖੋ ਸਿੱਖ ਕੌਮ ਦੀ ਚਰਕੌਨੀ ਮੰਗ ਸੀ ਔਰ ਜਦੋਂ ਧਰਮ ਯੁੱਧ ਮੋਰਚਾ ਲਗਾਇਆ ਗਿਆ 1982 ਦੇ ਵਿੱਚ, ਉਦੋਂ ਅਸੀਂ ਇਹ ਮੰਗ ਕੀਤੀ ਸੀ ਭਾਰਤ ਸਰਕਾਰ ਦੇ ਕੋਲੋਂ ਕਿ ਜਿਹੜਾ ਸਾਡਾ ਟੈਲੀਕਾਸਟ ਇੱਥੋਂ ਗੁਰਬਾਣੀ ਦਾ ਕੀਰਤਨ ਰਿਲੇ ਕੀਤਾ ਜਾਵੇ। ਤਾਂ ਇਹ ਮੰਗ ਜਿਹੜੀਆਂ ਸਾਡੀਆਂ ਮੰਗਾਂ ਸੀ ਉਹਨਾਂ ਦੇ ਵਿੱਚੋਂ ਇੱਕ ਮੰਗ ਸੀ। ਚਲੋ ਸਮਾਂ ਆਇਆ ਤੇ ਸਮੇਂ ਦੇ ਨਾਲ ਜਿਹੜਾ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਦੇ ਲਈ ਜਿਹੜਾ ਉਸ ਵਕਤ ਪਹਿਲਾਂ ETC ਆਇਆ, ਉਸ ਤੋਂ ਪਹਿਲਾਂ ਇੱਕ ਹੋਰ ਚੈਨਲ ਸੀ ਤੇ ਫਿਰ ਉਸ ਤੋਂ ਬਾਅਦ ਜਿਸ ਚੈਨਲ ਦੀ ਅੱਜ ਗੱਲ ਕੀਤੀ ਜਾ ਰਹੀ PTC ਦੀ, ਕਿ ਉਸ ਨੇ ਇਹਨੂੰ ਸ਼ੁਰੂ ਕਰ ਦਿੱਤਾ ਗੁਰਬਾਣੀ ਕੀਰਤਨ ਨੂੰ। ਤੁਸੀਂ ਇਹ ਦੇਖੋ ਕਿ ਲਗਾਤਾਰ ਜਦੋਂ ਗੁਰਬਾਣੀ ਕੀਰਤਨ ਸ਼ੁਰੂ ਹੁੰਦਾ ਹੈ ਤੇ ਤਕਰੀਬਨ 8 ਵਜੇ ਤੋਂ ਵੀ ਬਾਅਦ ਫਿਰ 9 ਵਜੇ ਤੱਕ ਜਿਹੜੀ ਕਥਾ ਹੁੰਦੀ ਹੈ, ਕਿਤੇ ਵੀ ਉਸ ਦੇ ਵਿੱਚ ਐਡ ਨਹੀਂ ਹੈਗੀ। ਨਰੋਲ ਗੁਰਬਾਣੀ ਕੀਰਤਨ ਜਿਹੜਾ ਜਿਸ ਬਾਰੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਦੇਖੋ ਜੀ ਅਸੀਂ ਐਕਟ ਲਿਆ ਰਹੇ ਹਾਂ। ਹੁਣ ਜਿੱਥੋਂ ਤੱਕ ਐਕਟ ਹੈ, ਇਹ ਗੁਰਬਾਣੀ ਕੀਰਤਨ ਦੇ ਬਹਾਨੇ ਇਹ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਸ ਤਰੀਕੇ ਦੇ ਨਾਲ ਕਾਂਗਰਸ ਨੇ ਤੇ ਫਿਰ BJP ਨੇ ਹਰਿਆਣੇ ਦੇ ਵਿੱਚ ਤੋੜਿਆ, ਉਸੇ ਤਰੀਕੇ ਦੇ ਉਸੇ ਪੈਟਰਨ ਦੇ ਉੱਤੇ
ਮੁੱਖ ਮੰਤਰੀ ਪੰਜਾਬ ਤੇ ਇਹਨਾਂ ਦੀ ਕੈਬਨਿਟ ਤੇ ਇਹਨਾਂ ਦਾ ਸਮੁੱਚਾ ਤਾਮ-ਝਾਮ ਜਿਹੜਾ ਪੰਜਾਬ ਸਰਕਾਰ ਦਾ ਉਹ ਇਸ ਗੱਲ ਦੇ ਉੱਤੇ ਲੱਗਾ ਹੋਇਆ ਹੈ ਕਿ ਇੱਥੇ ਵੀ ਇੱਕ ਬੋਰਡ ਬਣਾ ਦਿੱਤਾ ਜਾਵੇ ਤਾਂ ਕਿ ਇੱਥੇ ਸਿੱਖਾਂ ਦੇ ਵਿੱਚ ਖਾਨਾ ਜੰਗੀ ਪੈਦਾ ਕਰ ਦਿੱਤੀ ਜਾਵੇ। ਕਿਉਂਕਿ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੇ ਪਹਿਲਾਂ ਇਤਿਹਾਸ ਨੂੰ ਪੜ੍ਹਨਾ ਚਾਹੀਦਾ। ਜੋ 1925 ਗੁਰਦੁਆਰਾ ਐਕਟ ਬਣਿਆ ਉਸ ਐਕਟ ਦੇ ਅਧੀਨ ਜੋ ਵੀ ਕਾਰਵਾਈ ਹੁੰਦੀ ਹੈ ਉਸ ਦੇ ਵਿੱਚ ਇਹ ਆ ਕਿ ਚੋਣਾਂ ਵੀ ਹੁੰਦੀਆਂ ਨੇ। ਵੱਖਰੀ ਗੱਲ ਹੈ ਕਿ ਚੋਣਾਂ ਲੰਮੇ ਸਮੇਂ ਤੋਂ ਪੈਂਡਿੰਗ ਉਹਦੇ ਕਿਹੜੇ ਕਾਰਨ ਨੇ ਉਹ ਵੀ ਪਤਾ ਸਾਰਿਆਂ ਨੂੰ ਪੁਆਇੰਟ ਦੇ ਉੱਤੇ ਆਣਾ। ਪੀਰ ਮੁਹੰਮਦ ਜੀ, ਮੈਂ ਬਾਕੀ ਮਹਿਮਾਨਾਂ ਦਾ ਰੁਖ ਕਰਾਂ ਪਰ ਉਸ ਤੋਂ ਪਹਿਲਾਂ ਤੁਹਾਡਾ ਰਿਐਕਸ਼ਨ ਇਸ ਕਰਕੇ ਵੀ ਜ਼ਰੂਰੀ ਸੀ ਤਾਂ ਕਿ ਪਤਾ ਲੱਗ ਸਕੇ ਕਿ ਐਸਜੀਪੀਸੀ ਨੂੰ ਕਿਹੜੇ ਪੁਆਇੰਟ ਦੇ ਉੱਤੇ, ਅਕਾਲੀ ਦਲ ਕਿਹੜੇ ਪੁਆਇੰਟ ਦੇ ਉੱਤੇ ਇਤਰਾਜ਼ ਜਤਾ ਰਿਹਾ ਹੈ। ਤੁਸੀਂ ਕਹਿ ਰਹੇ ਹੋ ਕਿ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦਾ ਕੋਈ ਮਸਲਾ ਹੀ ਨਹੀਂ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਬਿਲਕੁਲ। ਫਿਰ ਕਿਹੜਾ ਮਸਲਾ ਹੈ? ਤੁਹਾਨੂੰ ਕਿਵੇਂ ਲੱਗਦਾ ਹੈ ਕਿ ਇਹ ਦਖਲਅੰਦਾਜ਼ੀ ਹੈ? ਸੀਐਮ ਕਹਿ ਰਹੇ ਨੇ ਕਿ ਅਸੀਂ ਇੱਕ ਧਾਰਾ ਨਾਲ ਜੋੜ ਰਹੇ ਹਾਂ, ਜਿਹੜੀ ਗੁਰਦੁਆਰਾ ਐਕਟ ਹੈ ਆਲਰੇਡੀ ਉਸ ਨੂੰ ਚੱਕ ਕੇ ਉਸ ਦੇ ਨਾਲ ਇੱਕ ਧਾਰਾ ਜਿਸ ਦੇ ਵਿੱਚ ਲਾਈਵ ਟੈਲੀਕਾਸਟ ਦਾ ਜ਼ਿਕਰ ਹੋਏਗਾ। ਜੋ 1925 ਐਕਟ ਹੈ ਗੁਰਦੁਆਰਾ ਐਕਟ, ਉਸ ਦੇ ਵਿੱਚ ਕਿਤੇ ਵੀ ਪ੍ਰਸਾਰਣ, ਲਾਈਵ ਪ੍ਰਸਾਰਣ, ਬ੍ਰੌਡਕਾਸਟ ਇਸ ਦਾ ਕੋਈ ਜ਼ਿਕਰ ਨਹੀਂ ਹੈ। ਕਹਿੰਦੇ ਅਸੀਂ ਬਸ ਉਹ ਜੋੜ ਰਹੇ ਹਾਂ, ਫ੍ਰੀ ਟੂ 에ਅਰ ਹੋ ਜਾਏਗਾ, ਹੋਰ ਤਾਂ ਸਭ ਕੁਝ ਤੁਹਾਡੇ ਹੱਥ ਦੇ ਵਿੱਚ ਰਹੇਗਾ। ਤੁਹਾਨੂੰ ਕਿਵੇਂ ਲੱਗਦਾ ਕਿ ਸਰਕਾਰ ਕੋਈ ਆਪਣੇ ਹੱਥਾਂ 'ਚ ਲੈਣ ਜਾ ਰਹੀ ਹੈ ਗੁਰਦੁਆਰੇ ਦਾ ਪ੍ਰਬੰਧ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਵਾਸਤੇ ਲੰਮੇ ਸਮੇਂ ਤੋਂ ਤੁਹਾਨੂੰ ਸ਼ਾਇਦ ਤੁਸੀਂ ਉਦੋਂ ਛੋਟੇ ਹੋਵੋਗੇ, ਪਹਿਲਾਂ ਬੀਬੀ ਨਰਲੇਪ ਕੌਰ ਨੂੰ ਅੱਗੇ ਲਾ ਕੇ ਦਿੱਲੀ ਦੇ ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਖੋਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਵੇਲੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਂਦ ਵਿੱਚ ਆਈ। ਫਿਰ ਉਸ ਤੋਂ ਬਾਅਦ ਇਹਨਾਂ ਨੇ ਹਰਿਆਣੇ ਦੇ ਵਿੱਚ ਜੋ ਹਰਿਆਣੇ ਦੀ ਗਵਰਨਮੈਂਟ ਨੇ ਕੀਤਾ ਹੈ ਉਹ ਕੰਮ ਜਿਹੜਾ ਇਹ ਪੰਜਾਬ ਦੇ ਵਿੱਚ ਕਰਨਾ ਚਾਹੁੰਦੇ ਆ। ਸਿੱਧੇ ਅਰਥਾਂ ਦੇ ਵਿੱਚ ਮੈਂ ਗੱਲ ਕਰਨੀ ਚਾਹੁੰਦਾ। ਤੁਸੀਂ ਲੋਕਾਂ ਨੂੰ ਸਮਝਾ ਦਿਓ ਕਿ ਕਿਵੇਂ ਟੁੱਟ ਜਾਏਗੀ ਐਸਜੀਪੀਸੀ ਜਾਂ ਕੀ ਨੁਕਸਾਨ ਹੋਏਗਾ ਇਸ ਐਕਟ ਦੇ ਨਾਲ। ਦੇਖੋ ਤੁਸੀਂ ਇਹ ਦੇਖੋ, ਗੁਰਦੁਆਰਾ 1925 ਐਕਟ ਜਿਹੜਾ ਹੈ ਉਸ ਦੇ ਉੱਪਰ ਕੋਈ ਵੀ ਜੇ ਕੋਈ ਉਸ ਦੀ ਮਦ ਨੂੰ ਹਟਾਉਣਾ ਹੋਵੇ ਜਾਂ ਜੋੜਨਾ ਹੋਵੇ ਉਹ ਦੇਸ਼ ਦੀ ਪਾਰਲੀਮੈਂਟ ਨੂੰ ਹੱਕ ਹੈ ਤੇ ਪਾਰਲੀਮੈਂਟ ਦੇ ਵਿੱਚ ਉਹ ਮਤਾ ਜਾਂਦਾ ਹੈ ਔਰ ਉਸ ਦੇ ਉੱਤੇ ਉਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਭਰੋਸੇ ਵਿੱਚ ਲਿਆ ਜਾਂਦਾ ਹੈ। ਇੱਥੇ ਕੀ ਹੈ, ਇੱਥੇ ਸ਼ਬਦੀ ਵਾਰ ਵੇਖੋ ਮਰਜ਼ਾਦਾ ਦੀ ਉਲੰਘਣਾ ਕਿਸੇ ਨੂੰ ਨਹੀਂ ਕਰਨੀ ਚਾਹੀਦੀ। ਪਹਿਲੀ ਗੱਲ ਤਾਂ ਜਿਹੜਾ ਮਸੰਦ ਸ਼ਬਦ, ਜਿਵੇਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਦੱਸਿਆ, ਮਸੰਦ ਕਿਸੇ ਵੇਲੇ ਗੁਰੂ ਪਾਤਸ਼ਾਹ ਨੇ ਆਪ ਥਾਪੇ ਸੀ, ਉਹਨਾਂ ਦੀ ਬੜੀ ਵੱਡੀ ਇੱਕ ਹੋਂਦ ਸੀ, ਕੌਮ ਦੇ ਵਿੱਚ ਸਤਿਕਾਰ ਸੀ। ਫਿਰ ਇੱਕ ਸਮਾਂ ਐਸਾ ਆਇਆ ਕਿ ਉਹਨਾਂ ਨੇ ਜਿਹੜੇ ਗਲਤ ਕੰਮ ਕਰਨੇ ਸ਼ੁਰੂ ਕਰ ਦਿੱਤੇ। ਪਰ ਇਹ ਦੱਸਣ ਮੁੱਖ ਮੰਤਰੀ ਸਾਹਿਬ ਕਿ ਮੌਜੂਦਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਸ ਦੀ ਅਗਵਾਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਰ ਰਹੇ ਨੇ, ਉਸਨੇ ਕਿਹੜਾ ਇਹੋ ਜਿਹਾ ਗਲਤ ਕੰਮ ਕਰ ਦਿੱਤਾ ਜਿਸ ਕਰਕੇ ਇਹਨਾਂ ਨੇ ਉਹਨਾਂ ਨੂੰ ਉਸ ਮਸੰਦਾਂ ਦੇ ਸ਼ਬਦਾਂ ਨਾਲ ਨਵਾਜ ਰਹੇ ਨੇ। ਸੋ ਇਹ ਜਿਹੜੀਆਂ ਗੱਲਾਂ ਨੇ, ਕਰ ਦੇਣਾ, ਸ਼ਾਇਦ ਤੁਸੀਂ ਪ੍ਰੈਸ ਕਾਨਫਰੰਸ ਸੁਣੀ ਹੋਏਗੀ ਸੀਐਮ ਦੀ, ਉਹ ਕਹਿੰਦੇ ਇੱਕ ਪਰਿਵਾਰ ਦਾ ਕਬਜ਼ਾ ਹੈ ਐਸਜੀਪੀਸੀ ਤੇ। ਕਿਸ ਪਰਿਵਾਰ ਦਾ ਕਬਜ਼ਾ ਜੀ? ਇਹ ਤਾਂ ਇਹ ਦੇਖੋ, ਇਹ ਜਿਹੜੀਆਂ ਗੱਲਾਂ ਨੇ ਤੁਸੀਂ ਦੇਖੋ, ਇਸ ਦੇ ਨਾਲ ਇੱਕ ਗੱਲ ਜਿਹੜੀ ਲੁਕੋ ਰਹੇ ਨੇ, ਇੱਥੇ ਆਕਾਸ਼ਵਾਣੀ ਜਿਹੜੀ ਹੈ, ਦੇਸ਼ ਦਾ ਆਕਾਸ਼ਵਾਣੀ ਰੇਡੀਓ ਹੈ ਜਿਹੜਾ, ਉਹ ਵੀ ਪ੍ਰਸਾਰਣ ਕਰਦਾ। ਸਵੇਰੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਔਨ 에ਅਰ ਜਿਹੜਾ ਕੀਰਤਨ ਸੁਣਦੇ ਹੋ ਰੇਡੀਓ ਤੇ, ਉੱਥੇ ਤਾਂ ਕੋਈ ਇਹੋ ਜਿਹਾ ਮੁੱਦਾ ਨਹੀਂ ਉਠਾਇਆ ਗਿਆ। ਲੇਕਿਨ ਇੱਥੇ ਜਿਹੜਾ ਗੁਰਬਾਣੀ ਕੀਰਤਨ ਹੋ ਰਿਹਾ ਰਲੇ, ਉਹਦੇ ਉੱਤੇ ਪ੍ਰਸ਼ਨ ਚਿੰਨ ਉਠਾ ਰਹੇ ਨੇ। ਚਲੋ ਆਪਾਂ ਹੁਣ ਉਮੀਦ ਹੈ ਕਿ ਤੁਸੀਂ ਬੜਾ ਤਫਸੀਲ ਦੇ ਨਾਲ ਆਪਣੀ ਗੱਲ ਰੱਖੀ। ਆਪਾਂ ਸਾਰੇ ਮਹਿਮਾਨਾਂ ਦਾ ਰੁਖ ਕਰਦੇ ਹਾਂ। ਕੰਗ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਕੰਗ ਸਾਹਿਬ, ਦੋ ਸਵਾਲ ਸਿੱਧੇ। ਪਹਿਲਾ, ਇਹ ਐਕਟ ਵਾਲੀ ਜ਼ਰੂਰਤ ਕਿਉਂ? ਦੂਜਾ, ਤੁਹਾਡੇ ਵਿਰੋਧੀਆਂ ਨੂੰ ਖਾਸ ਤੌਰ ਤੇ ਅਕਾਲੀ ਦਲ ਐਸਜੀਪੀਸੀ ਨੂੰ ਲੱਗ ਰਿਹਾ ਹੈ ਕਿ ਬਸ ਬਹਾਨਾ ਹੈ ਇੱਕ ਗੁਰਬਾਣੀ ਦੇ ਪ੍ਰਸਾਰਣ ਤੇ ਪ੍ਰਚਾਰ ਪ੍ਰਸਾਰ ਦਾ। ਸਿੱਧੀ ਦਖਲਅੰਦਾਜ਼ੀ ਹੈ ਇਹ ਪੰਥ ਦੇ ਵਿੱਚ, ਕੌਮ ਦੇ ਵਿੱਚ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। नहीं, पहली गल तो दखलअंदाजी किस तरह होगी? मतलब एक चैनल को मोनोपली बनी रवे गुरबाणी दे प्रसार दी 2011 तो लगातार, ते अकाल तख्त साहब दे जथेदार साहिबान अपील करन, आदेश करन कि चैनल बनाया जाए। एक साल तक कोई हिलजुल नहीं, कोई एसजीपीसी ने एक्शन नहीं लिया। सब तो सत्कारित ते सर्वोच्च संस्था ते श्री अकाल तख्त साहब है ना, ते जे अकाल तख्त साहब दे जथेदार साहब ने क्या एक साल पहला ਤੇ 1 ਸਾਲ ਤੱਕ ਚੈਨਲ ਨਹੀਂ ਬਣਾਇਆ, ਤੇ ਉਲਟਾ ਜਿਸ ਤਰੀਕੇ ਨਾਲ ਉਹ ਵਿਦੇਸ਼ 'ਚ ਹੈ ਤੇ ਉਹਨਾਂ ਨੂੰ ਵਿਦਾਇਗੀ ਦੇਤੀ, ਇਹ ਆਪਣੇ ਆਪ 'ਚ ਹੀ ਪਤਾ ਲੱਗਦਾ ਹੈ ਵੀ ਕੌਣ ਕੀ ਹੋ ਰਿਹਾ ਸਾਡੀਆਂ ਸੰਸਥਾਵਾਂ ਤੇ, ਕਿਸ ਤਰੀਕੇ ਨਾਲ ਮੋਨੋਪੋਲੀ ਬਣਾਈ ਜਾ ਰਹੀ ਹੈ, ਮਨਮਰਜ਼ੀਆਂ ਹੋ ਰਹੀਆਂ। ਦੂਜੀ ਗੱਲ, ਬੜੇ ਡਿਟੇਲ 'ਚ ਮੁੱਖ ਮੰਤਰੀ ਜੀ ਨੇ ਅੱਜ ਐਕਸਪਲੇਨ ਕੀਤਾ ਆ ਕਿ ਜਦੋਂ 1925 'ਚ ਗੁਰਦੁਆਰਾ ਐਕਟ ਬਣਦਾ ਆ, ਉਸ ਟਾਈਮ ਗੁਰਬਾਣੀ ਸਰਬ ਸਾਂਝੀ ਗੁਰਬਾਣੀ, ਸਾਰਿਆਂ ਦੀ ਸਾਂਝੀ ਗੁਰਬਾਣੀ, ਸਾਰੀ ਦੁਨੀਆ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਸ ਤੋਂ ਪ੍ਰੇਰਣਾ ਲੈਂਦੀ ਆ। ਉਸ ਟਾਈਮ ਨਹੀਂ ਪ੍ਰੋਵੀਜ਼ਨ ਸੀ ਬ੍ਰੌਡਕਾਸਟ ਦਾ, ਲਾਈਵ ਟੈਲੀਕਾਸਟ ਦਾ, ਆਡੀਓ ਦਾ, ਵੀਡੀਓ ਦਾ। ਠੀਕ ਹੈ, ਉਸ ਟਾਈਮ
ਹੋ ਉਹ ਇਸ ਇਹੋ ਜਿਹਾ ਮਾਹੌਲ ਵੀ ਨਹੀਂ ਸੀ, ਇੰਸਟਰੂਮੈਂਟ ਵੀ ਨਹੀਂ ਸੀ, ਇਹ ਟੈਕਨੋਲੋਜੀ ਵੀ ਨਹੀਂ ਸੀ, ਲੇਕਿਨ ਅੱਜ ਜ਼ਰੂਰਤ ਜੀ। ਹੈ। ਇਸੇ ਕਰਕੇ ਪੰਜਾਬ ਸਰਕਾਰ ਗੁਰਦੁਆਰਾ ਅਮੈਂਡਮੈਂਟ ਐਕਟ 2023 ਚ ਨਵਾਂ ਸੈਕਸ਼ਨ ਜੋੜ ਰਹੀ 125A, ਜਿਹਦੇ ਨਾਲ ਜਿਹੜੀ ਗੁਰਬਾਣੀ ਹੈ ਸ੍ਰੀ ਦਰਬਾਰ ਸਾਹਿਬ ਤੋਂ ਉਹਦਾ ਪ੍ਰਚਾਰ ਪ੍ਰਸਾਰ ਜਿਹੜਾ ਆ ਫ੍ਰੀ ਆਫ ਕਾਸਟ ਤੇ ਏਅਰ ਟੂ ਆਲ ਫ੍ਰੀ ਆਫ ਕਾਸਟ ਹੋਵੇ। ਬੜਾ ਸਿੰਪਲ ਜੀ ਗੱਲ ਹੈ। ਕਿਉਂ ਇੱਕ ਚੈਨਲ ਦੀ ਮੋਨੋਪੋਲੀ ਤੋੜਨ ਨੂੰ ਇਹ ਕਿਉਂ ਕਿਹਾ ਜਾ ਰਿਹਾ ਕਿ ਇਹ ਪੰਥ ਤੇ ਅਟੈਕ ਹੈ? ਇਹ ਕਿਉਂ ਵਿਰੋਧੀ ਔਰ ਸਾਰੇ ਇਨਕਲੂਡਿੰਗ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਇਹ ਕਿਉਂ ਕਹਿ ਰਹੇ ਆ ਇਹ ਪੰਥ ਤੇ ਜਿਹੜਾ ਬਹੁਤ ਵੱਡਾ ਹਮਲਾ ਆ? ਮੁੱਖ ਮੰਤਰੀ ਜੀ ਦੀ ਮਨਸ਼ਾ ਤੇ ਇਹ ਆ, ਸਾਰੀ ਦੁਨੀਆ ਚ ਵਸਦੀ ਸੰਗਤ ਲਗਾਤਾਰ ਇਹ ਡਿਮਾਂਡ ਕਰ ਰਹੇ ਆ ਕਿ ਗੁਰਬਾਣੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੈ ਇਹ ਫ੍ਰੀ ਟੂ 에ਅਰ ਤੇ ਫ੍ਰੀ ਆਫ ਕਾਸਟ ਹੋਵੇ, ਤੇ ਸਰਕਾਰ ਉਸੇ ਵਾਲੇ ਪਾਸੇ ਵਧ ਰਹੀ ਹੈ ਔਰ ਲੀਗਲੀ ਵਧ ਰਹੀ ਹੈ। ਔਰ ਸਭ ਤੋਂ ਜ਼ਰੂਰੀ ਗੱਲ ਗੌਰਵ ਜੀ, ਮਤਲਬ ਤੁਸੀਂ ਕੰਗ ਜੀ ਇਹ ਕਹਿਣਾ ਚਾਹ ਰਹੇ ਹੋ, ਐਸਜੀਪੀਸੀ ਨੇ ਕਰ, ਮੈਂ ਤੁਹਾਨੂੰ ਵਿਚਾਲੇ ਰੋਕ ਰਿਹਾ, ਥੋੜੇ ਐਡ ਕਰਵਾ ਲਓ ਇੱਕ ਸਵਾਲ, ਮੈਂ ਬਾਕੀ ਮਹਿਮਾਨਾਂ ਦਾ ਰੁਕ ਕਰਾਂ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਇਸ ਪੂਰੇ ਐਕਟ ਦੇ ਨਾਲ ਜਿਹੜਾ ਸੋਧ ਬਿੱਲ ਸਰਕਾਰ ਲੈ ਕੇ ਆ ਰਹੀ ਹੈ, ਇਸ ਦੇ ਨਾਲ ਸਿਰਫ ਇੱਕੋ ਪੁਆਇੰਟ ਦਾ ਫਰਕ ਪਏਗਾ ਕਿ ਜਿਹੜੀ ਗੁਰਬਾਣੀ ਆ ਉਹ ਫ੍ਰੀ ਟੂ 에ਅਰ ਹੋਏਗੀ, ਬਾਕੀ ਹੋਰ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਹੋਏਗਾ। ਫ੍ਰੀ ਟੂ ਕਾਸਟ ਜੋ ਸਰਕਾਰ ਦਾ ਪ੍ਰਪੋਜ਼ਲ ਹੈ ਜਾਂ ਜੋ ਬਿੱਲ ਹੈ। ਦੂਜੀ ਗੱਲ ਇਹ ਵੀ ਅੱਜ ਬੜਾ ਸਪਸ਼ਟ ਕਰਤਾ ਮੁੱਖ ਮੰਤਰੀ ਜੀ ਨੇ, ਜਿਹੜਾ ਸਭ ਤੋਂ ਜ਼ਰੂਰੀ ਆ ਕਿ ਜਿਹੜਾ ਗੁਰਦੁਆਰਾ ਐਕਟ ਹੈ 19 ਇਹ ਸਟੇਟ ਸਬਜੈਕਟ ਹੈ ਔਰ ਸੁਪਰੀਮ ਕੋਰਟ ਨੇ ਕਿਹਾ ਨੋ ਡਾਊਟ 1966 ਦੇ ਰੀਆਰਗੇਨਾਈਜੇਸ਼ਨ ਦੇਖੋ ਆ ਗਈ ਨਾ ਉਹ ਗੱਲ, ਉਹ ਇਹੋ ਹੀ ਗੱਲ ਤਾਂ ਮੈਂ ਪਹਿਲਾਂ ਦੱਸ ਚੁੱਕਾ। ਇੰਟਰ ਸਟੇਟ ਬਾਡੀ ਮੇਰੀ ਉਹ ਸੁਣ ਲਓ ਨਾ, ਮੇਰਾ ਜਵਾਬ ਲੈ ਲਓ, ਮੇਰੀ ਬੇਨਤੀ ਹੈ। 1966 ਦੇ ਰੀਆਰਗੇਨਾਈਜੇਸ਼ਨ ਐਕਟ 72 ਇਹ ਕਹਿੰਦਾ ਆ ਇਹ ਇੱਕ ਟੈਂਪਰੇਰੀ ਪ੍ਰੋਵੀਜ਼ਨ ਹੈ ਕਿ ਜਿੰਨਾ ਚਿਰ ਸਟੇਟ ਲੈਜਿਸਲੇਸ਼ਨ ਉਹਨੂੰ ਲੈਂਦੀ ਨਹੀਂ ਆ ਔਰ ਤੇ ਕੋਈ ਫੈਸਲਾ ਨਹੀਂ ਲੈਂਦੀ, ਉਹਨਾਂ ਚਿਰ ਡੈਫੀਨੇਟਲੀ ਇੰਟਰਸਟੇਟ ਕਾਰਪੋਰੇਟ ਬਾਡੀ ਹੈ। ਤੇ ਹੁਣ ਸਟੇਟ ਨੇ ਫੈਸਲਾ ਲੈ ਲਿਆ, ਅਲਟੀਮੇਟਲੀ ਇਹ ਸਟੇਟ ਸਬਜੈਕਟ ਹੈ, ਇਹ ਵੀ ਕਲੀਅਰ ਹੋ ਗਿਆ। ਦੂਜੀ ਗੱਲ ਮੁੱਖ ਮੰਤਰੀ ਜੀ ਦੀ ਮਨਸ਼ਾ, ਸਰਕਾਰ ਦੀ ਮਨਸ਼ਾ ਹੈ ਕਿ ਇੱਕ ਚੈਨਲ ਦੀ ਮੋਨੋਪੋਲੀ ਖਤਮ ਹੋਣੀ ਚਾਹੀਦੀ ਆ, ਫ੍ਰੀ ਟੂ 에ਅਰ ਫ੍ਰੀ ਆਫ ਕਾਸਟ ਹੋਣਾ ਚਾਹੀਦਾ, ਦੁਨੀਆ ਦੇ ਹਰੇਕ ਕੋਨੇ 'ਚ ਬੈਠੇ ਸੰਗਤ 'ਚ ਔਰ ਜਿਹੜੀ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੋਵੇ। ਔਰ ਲਾਸਟ ਗੱਲ ਇਹਦੇ ਤੇ ਮਰਿਆਦਾ ਲਾਗੂ ਹੋਵੇ, ਜਿਹੜਾ ਮੁੱਖ ਮੰਤਰੀ ਜੀ ਨੇ ਵੀ ਜ਼ਿਕਰ ਕੀਤਾ ਅੱਧਾ ਘੰਟਾ ਪਹਿਲਾਂ, ਕੋਈ ਕਮਰਸ਼ੀਅਲ ਐਡ ਨਹੀਂ, ਬਾਅਦ ਚ ਵੀ ਨਹੀਂ, ਔਰ ਡਿਊਰਿੰਗ ਗੁਰਬਾਣੀ ਦੇ ਕੋਈ ਸਕਰੀਨ ਤੇ ਕਮਰਸ਼ੀਅਲ ਐਡ ਨਹੀਂ, ਮਰਿਆਦਾ ਦਾ ਵੀ ਜਿਹੜਾ ਪਾਲਨ ਹੋਵੇ ਔਰ ਇਹਨੂੰ ਐਗਜ਼ੀਕਿਊਟ ਜਿਹੜਾ ਐਜੀਪੀਸੀ ਨੇ ਕਰਨਾ ਹੈ। ਇਹਦੇ ਚ ਸਾਡੀ ਕਿੱਥੋਂ ਦਖਲਅੰਦਾਜ਼ੀ ਆ ਗਈ, ਕਿੱਥੋਂ ਸਰਕਾਰ ਦੀ ਦਖਲਅੰਦਾਜ਼ੀ ਆ ਗਈ? ਚਲੋ ਆਪਾਂ ਸਾਰਿਆਂ ਨੂੰ ਇੱਕ ਵਾਰੀ ਐਡ ਕਰੀਏ ਔਰ ਸਾਰਿਆਂ ਦਾ ਰਿਐਕਸ਼ਨ ਲੈ ਲਈ। ਮੈਂ ਕੰਗ ਸਾਹਿਬ ਤੁਹਾਡੇ ਕੋਲ ਵਾਪਸ ਆਉਂਗਾ, ਤੁਸੀਂ ਠੀਕ ਹੈ, ਤੁਹਾਡਾ ਜਵਾਬ ਆ ਗਿਆ ਸਰ। ਇੱਕ ਵਾਰੀ ਸਾਰਿਆਂ ਨੂੰ ਆਪਾਂ ਐਡ ਕਰ ਲਈਏ ਕਿਉਂਕਿ ਤੁਸੀਂ ਸਿੱਧੇ ਤੌਰ ਦੇ ਉੱਤੇ ਕਹਿ ਰਹੇ ਹੋ ਕਿ ਨਹੀਂ ਇਸ ਦੇ ਨਾਲ ਕੋਈ ਦਖਲਅੰਦਾਜ਼ੀ ਨਹੀਂ ਹੈ। ਕਾਂਗਰਸ ਦਾ ਰੁਖ ਕਰਦੇ ਆ, ਕਾਲੋ ਸਾਹਿਬ ਦਖਲਅੰਦਾਜ਼ੀ ਹੈ ਕਿ ਨਹੀਂ ਹੈ? ਕਾਂਗਰਸ ਨੂੰ ਲੱਗਦਾ ਹੈ ਕਿ ਦਖਲਅੰਦਾਜ਼ੀ ਹੈ? ਦੇਖੋ ਪਹਿਲੀ ਗੱਲ ਤੇ ਹੈ ਗੌਰਵ, ਸਾਨੂੰ ਸਮਝਣਾ ਇਹ ਪੈਣਾ ਹੈ ਕਿ ਅੱਜ ਦੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਬਿਆਨ ਹੈ ਜੀ, ਉਹਨੇ ਇੱਕ ਨਵੀਂ ਚਰਚਾ ਜਿਹੜੀ ਹੈ ਉਹ ਛੇੜ ਦਿੱਤੀ ਹੈ। ਨਵੀਂ ਚਰਚਾ ਕੀ ਛੇੜੀ ਹੈ ਵੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹਦਾ ਦਾਇਰਾ ਪਹਿਲਾਂ ਬਹੁਤ ਵੱਡਾ ਹੁੰਦਾ ਸੀ, ਫਿਰ ਉਹ ਸੀਮਿਤ ਹੁੰਦਿਆਂ 3 ਸੂਬਿਆਂ ਤੱਕ ਹੀ ਰਹਿ ਗਿਆ, ਪੰਜਾਬ, ਚੰਡੀਗੜ੍ਹ ਤੇ ਹਿਮਾਚਲ। ਹਰਿਆਣਾ ਦਾ ਵੱਖਰਾ ਜਿਹੜੀ ਆ ਕਮੇਟੀ ਬਣ ਗਈ, ਦਿੱਲੀ ਦੀ ਵੱਖਰੀ ਬਣ ਗਈ, ਸੋ ਹੋਰ ਸੂਬਿਆਂ ਦੀ ਵੀ ਵੱਖਰੀਆਂ ਕਮੇਟੀਆਂ ਜਿਹੜੀਆਂ ਨੇ ਬਣ ਗਈਆਂ ਨੇ। ਸੋ ਅੱਜ ਦੇਖੋ ਦੋ ਪੱਖ ਨੇ ਇਹਦੇ ਵੇਖਣ ਦੇ, ਇੱਕ ਤੇ ਹੈ ਇਹਦਾ ਕਾਨੂੰਨੀ ਪੱਖ ਤੇ ਦੂਜਾ ਹੈ ਕਿ ਅਸੀਂ ਕਿਸੇ ਵੀ ਧਰਮ ਵਿਸ਼ੇਸ਼ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਜਿਹੜਾ ਪੱਖ ਹੈ ਉਹ ਸਾਨੂੰ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਇਹਨੂੰ ਵੇਖਣਾ ਪੈਣਾ ਹੈ। ਪਹਿਲੀ ਗੱਲ ਤੇ ਮੈਂ ਇਹ ਕਰੂੰਗਾ ਕਿ ਜਿਹੜੀ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਵੇਂ ਕੰਗ ਸਾਹਿਬ ਨੇ ਕਿਹਾ ਹੈ ਕਿ ਜਿਹੜਾ ਉਹ ਟੈਂਪਰੇਰੀ ਪ੍ਰੋਵੀਜ਼ਨ ਸੀਗੀ ਸੰਵਿਧਾਨ ਦੇ ਆਰਟੀਕਲ 72A ਦੇ ਕਰਕੇ, ਪਰ ਟੈਂਪਰੇਰੀ ਪ੍ਰੋਵੀਜ਼ਨ ਜੇਕਰ ਸੀ ਤੇ ਮੇਰੇ ਖਿਆਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਬੰਧ ਸੀਗੇ ਜੇ ਉਹ ਪੰਜਾਬ ਜਾਂ ਜਿਹੜੇ ਗਵਾਂਢੀ ਸੂਬਿਆਂ ਦੇ ਵਿੱਚ ਸੀ, ਤੇ ਮੈਨੂੰ ਨਹੀਂ ਲੱਗਦਾ ਕਿ ਜ਼ਰੂਰਤ ਸੀ ਸਾਨੂੰ ਇਹ ਦੱਸਣ ਦੀ ਜਾਂ ਕਹਿਣ ਦੀ ਵੀ ਅਸੀਂ ਪੰਜਾਬ ਦੇ ਲਈ ਵੱਖਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੱਖਰਾ ਜਿਹੜਾ ਐਕਟ ਦੀ ਅਸੀਂ ਜਿਹੜੀ ਮੰਗ ਰੱਖਣ ਜਾ ਰਹੇ ਹਾਂ, ਜਿੱਦਾਂ ਕਿ ਬਾਕੀ ਸੂਬਿਆਂ ਨੇ ਵੀ ਹੌਲੀ ਹੌਲੀ ਕਰ ਲਿਆ ਸੀ। ਹੁਣ ਗੱਲ ਆ ਗਈ ਜਿਹੜੀ ਇਹ ਗੱਲ ਕਰ ਰਹੇ ਨੇ ਕਿ ਜਿਹੜੀ ਉਹਦੀ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਦਾ ਜਿਹੜਾ ਕੰਮ ਹੈ, ਇਸ ਗੱਲ ਨਾਲ ਮੈਂ ਔਰ ਕਾਂਗਰਸ ਪਾਰਟੀ ਇਹ ਪਹਿਲਾਂ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਕਿ ਸਿਰਫ ਇੱਕ ਪਾਰਟੀ ਕੋਲੇ ਦਾ ਜਿਹੜਾ ਅਧਿਕਾਰ ਨਹੀਂ ਹੋਣਾ ਚਾਹੀਦਾ, ਜਾਂ ਇੱਕ ਪਾਰਟੀ ਨਹੀਂ ਕਹੂੰਗਾ ਮੈਂ, ਇੱਕ
ਚੈਨਲ ਵਿਸ਼ੇਸ਼ ਦੇ ਕੋਲੇ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਠੀਕ ਹੈ। ਉਹ ਗੱਲ ਠੀਕ ਹੈ। ਕਾਂਗਰਸ ਪਾਰਟੀ ਪਹਿਲਾਂ ਵੀ ਇਹ ਕਹਿੰਦੀ ਆਈ ਹੈ ਕਿ ਜਿੱਦਾਂ ਗਿਆਨੀ ਹਰਪ੍ਰੀਤ ਜੀ ਨੇ ਵੀ ਕਿਹਾ ਸੀਗਾ, ਸਾਬਕਾ ਗਿਆਨੀ ਜਿਹੜੇ ਜਥੇਦਾਰ ਸਾਹਿਬ ਨੇ, ਕਿ ਆਪਣਾ ਜਿਹੜਾ ਚੈਨਲ ਬਣਾਉਣਾ ਚਾਹੀਦਾ। ਬਿਲਕੁਲ ਮੈਂ ਇਸ ਮੱਦ ਨਾਲ ਸਹਿਮਤ ਹਾਂ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਚੈਨਲ ਬਣਾ ਕੇ ਔਰ ਫ੍ਰੀ ਟੂ 에ਅਰ, ਪੈਸੀ ਤੇ ਪਹਿਲਾਂ ਕਹਿੰਦੇ ਆ ਕਿ ਫ੍ਰੀ ਟੂ 에ਅਰ ਕਰ ਦੇਣਾ ਚਾਹੀਦਾ ਮਤਲਬ ਤੁਸੀਂ ਸਮਰਥਨ ਚ ਖੜੇ ਹੋ? ਨਹੀਂ, ਸਮਰਥਨ ਚ ਨਹੀਂ ਖੜਾ, ਪਰ ਸਵਾਲ ਖੜਾ ਹੁੰਦਾ ਹੈ ਮੁੱਖ ਮੰਤਰੀ ਸਾਹਿਬ ਦੇ ਅੰਦਰੋਂ ਜਿਹੜਾ ਇੱਕ ਅਹਿਮ ਤੇ ਜਿਹੜਾ ਅਹੰਕਾਰ ਜਿਹੜਾ ਝਲਕ ਰਿਹਾ ਨਾ, ਸਵਾਲ ਉਹਦੇ ਤੇ ਖੜਾ ਹੁੰਦਾ ਹੈ। ਪ੍ਰਕਿਰਿਆ ਦੇ ਉੱਤੇ ਸਵਾਲ ਨਹੀਂ ਮੈਂ ਖੜਾ ਕਰ ਰਿਹਾ ਵਿਸ਼ੇਸ਼ ਰੂਪ ਚ, ਮੈਂ ਖੜਾ ਕਰ ਰਿਹਾ ਰਵੱਈਏ ਦੇ ਉੱਤੇ। ਦੇਖੋ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੇ ਨੇ, ਮੇਰੇ ਖਿਆਲ ਨਾਲ ਜੇ ਪੰਥ ਨੂੰ ਢਾਲ ਆਈ ਹੈ, ਸਾਰਿਆਂ ਨੂੰ ਪਤਾ ਹੈ ਕਿ ਬਾਦਲ ਪਰਿਵਾਰ ਨੇ ਕਬਜ਼ਾ ਕਰਕੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਉਹ ਢਾਲ ਲਾਉਣ ਦਾ ਕੰਮ ਕੀਤਾ ਹੈ ਪੰਥ ਨੂੰ। ਪਰ ਜੇਕਰ ਮੁੱਖ ਮੰਤਰੀ ਸਾਹਿਬ ਵੀ ਥੋੜੀ ਜਿਹੀ ਇਹਦੇ ਵਿੱਚ ਮੈਂ ਸਮਝਦਾ ਕਿ ਉਹਨਾਂ ਨੂੰ ਸੰਜੀਦਗੀ ਵਰਤਦੇ ਹੋਏ ਸ਼ਬਦਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਜੀ। ਸਿੱਧਾ ਅਟੈਕ ਜੇ ਉਹਨਾਂ ਨੇ ਕਰਨਾ ਤੇ ਉਹ ਇੱਕ ਪਰਿਵਾਰ ਵਿਸ਼ੇਸ਼ ਤੇ ਜ਼ਰੂਰ ਕਰ ਸਕਦੇ ਨੇ, ਪਰ ਜੇਕਰ ਜਿਸ ਤਰ੍ਹਾਂ ਦੇ ਮਸੰਦ ਜਾਂ ਕੋਈ ਐਸਾ ਸ਼ਬਦ ਵਰਤਦੇ ਨੇ ਤੇ ਮੇਰੇ ਖਿਆਲ ਨਾਲ ਉਹ ਇੱਕ ਪੰਥ ਦੀ ਜਿਹੜੀ ਸਟੇਟਮੈਂਟ ਤੁਹਾਡੀ ਮੈਂ ਬਿਲਕੁਲ ਕਲੀਅਰ ਨਹੀਂ ਪਕੜ ਪਾ ਰਿਹਾ ਕਿ ਤੁਸੀਂ ਐਕਟ ਦੇ ਵਿਰੋਧ ਦੇ ਵਿੱਚੋਂ ਜਾਂ ਫੇਵਰ ਦੇ ਵਿੱਚੋਂ। ਨਹੀਂ, ਮੈਂ ਫਿਰ ਤੁਹਾਨੂੰ ਕਹਿ ਰਿਹਾ ਕਿ ਐਕਟ ਜੇ ਪ੍ਰਸਾਰਣ ਦੇ ਐਕਟ ਦੀ ਗੱਲ ਹੋ ਰਹੀ ਹੈ ਤੇ ਅਸੀਂ ਇਸ ਚੀਜ਼ ਦਾ ਸਮਰਥਨ ਕਰਾਂਗੇ ਕਿ ਜਿਹੜਾ ਫ੍ਰੀ ਟੂ 에ਅਰ ਹੋਣਾ ਚਾਹੀਦਾ ਹੈ। ਪਰ ਜੇਕਰ ਉਹ ਇਹ ਦਖਲ-ਅੰਦਾਜ਼ੀ ਰਾਜਨੀਤਿਕ ਰੂਪ ਦੇ ਵਿੱਚ ਜੇ ਕਿਤੇ ਆਮ ਆਦਮੀ ਪਾਰਟੀ ਜਾਂ ਸਰਕਾਰ ਕਰਨਾ ਚਾਹੁੰਦੀ ਹੈ, ਉਹਦੇ ਉੱਤੇ ਅਸੀਂ ਸਵਾਲ ਖੜੇ ਕਰਦੇ ਹਾਂ, ਕਿਉਂਕਿ ਕਾਂਗਰਸ ਪਾਰਟੀ ਨੇ ਕਦੀ ਵੀ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਗੁਰਦੁਆਰੇ ਦੇ ਪ੍ਰਬੰਧਾਂ ਦੇ ਵਿੱਚ ਗੱਲ ਇਹ ਨਾ ਕਿ ਵਿਰੋਧੀ ਕਹਿ ਰਹੇ ਆ, ਸਰਕਾਰ ਕਹਿ ਰਹੀ ਹੈ ਕਿ ਇਸ ਤਾਂ ਨਹੀਂ ਕਰ ਰਹੇ ਇੰਟਰਫੇਰੈਂਸ ਕੋਈ ਵੀ। ਹੁਣ ਐਸਜੀਪੀਸੀ ਅਕਾਲੀ ਦਲ ਕਹਿ ਰਿਹਾ ਕਿ ਦਖਲ-ਅੰਦਾਜ਼ੀ ਇਸ ਨੂੰ ਮੰਨਿਆ ਜਾਵੇ। ਅਸੀਂ ਮੰਨ ਰਹੇ ਹਾਂ ਕਿ ਸਿੱਧੇ ਤੌਰ ਦੇ ਉੱਤੇ ਇਹ ਵੱਡਾ ਹਮਲਾ ਹੈ। ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ, ਮੈਂ ਇੱਕ ਵਾਰੀ ਜੈਬੰਸ਼ ਜੀ ਦਾ ਰੁਖ ਕਰਾਂ। ਜੈਬੰਸ਼ ਜੀ, ਦੋ ਚੀਜ਼ਾਂ ਮੈਂ ਸਮਝਣੀਆਂ ਚਾਹੁੰਦਾ ਹੈ। ਇੱਕ ਕਿ ਬੀਜੇਪੀ ਇਸ ਦੇ ਸਪੋਰਟ ਦੇ ਵਿੱਚ ਹੈ ਜਾਂ ਨਹੀਂ ਹੈ, ਜੇ ਨਹੀਂ ਤਾਂ ਕਿਉਂ? ਤੇ ਦੂਜਾ ਪੁਆਇੰਟ ਹੈ, ਜੇ ਦਖਲ-ਅੰਦਾਜ਼ੀ ਤੁਹਾਨੂੰ ਲੱਗ ਰਿਹਾ ਹੈ ਤਾਂ ਕਿਸ ਤਰੀਕੇ ਨਾਲ ਦਖਲ-ਅੰਦਾਜ਼ੀ ਹੈ? ਕਿ ਵਾਕਈ ਇਸ ਦਾ ਲਾਰਜਰ ਮੈਂ ਪਿਕਚਰ ਦੇਖਾਂ ਇਸ ਦੀ ਕਿ ਇੱਕ ਆਪਾਂ ਗੁਰਬਾਣੀ ਪ੍ਰਸਾਰਣ ਤੱਕ ਹੀ ਸ਼ਾਇਦ ਇਸ ਨੂੰ ਸੋਚ ਪਾ ਰਹੇ ਹਾਂ, ਜਾਂ ਬਹੁਤ ਅੱਗੇ ਦੀ ਕੋਈ ਕਹਾਣੀ ਹੈ ਜਿਹੜੀ ਸ਼ਾਇਦ ਇਸ ਸਮੇਂ ਜਿਹੜੇ ਸਾਨੂੰ ਦਰਸ਼ਕ ਸੁਣ ਰਹੇ ਨੇ ਜਾਂ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਨਹੀਂ ਆਪਾਂ ਸਮਝ ਪਾ ਰਹੇ? पैनलिस्ट ने काफी लंबे अपने कमेंट्स बनाए क्योंकि कॉम्प्लेक्स इशू है तो सारे अपनी गल करना चाहते थे, मैं भी करनी चाहना। सब तो पहले मैं बीजेपी का ਜੈਬੰਸ਼ ਜੀ, ਥੋੜੇ ਮਾਈਕ ਮੈਨੂੰ ਲੱਗਦਾ ਤੁਹਾਡਾ ਦੂਰ ਹੈ, ਜੇ ਥੋੜਾ ਕਲੋਜ਼ ਹੋ ਜੇ ਤਾਂ ਆਵਾਜ਼ ਹੋਰ ਜ਼ਿਆਦਾ ਵਧੀਆ ਆਏਗੀ। ਥੋੜੀ ਘੱਟ ਆ ਰਹੀ ਹੈ ਆਵਾਜ਼। ਹੁਣ ਠੀਕ ਹੈ? ਹਾਂਜੀ, ਬੈਟਰ ਹੈ ਥੋੜੀ। अच्छा, ये सब तो पहले मैं ये कहना चाहूँगा सादा की स्टैंड है बीजेपी जी। बीजेपी ये समझती है कि रिलीजियस काम ਦੇ ਵਿੱਚ ਕੋਈ ਦਖਲਅੰਦਾਜ਼ੀ ਹੋਣੀ ਨਹੀਂ ਚਾਹੀਦੀ। ਇਹ ਸਾਡਾ ਸਟੈਂਡ। ਜੈਬੰਸ਼ ਜੀ, ਮੈਂ ਮਾਫੀ ਚਾਹੂੰਗਾ ਵਿਚਾਲੇ ਰੋਕ ਦੇ, ਬਹੁਤ ਕਲੀਅਰ ਤੁਹਾਡੀ ਆਵਾਜ਼ ਲੋਕਾਂ ਤੱਕ ਨਹੀਂ ਪਹੁੰਚ ਪਾ ਰਹੀ ਹੋਏਗੀ। ਮੇਰੀ ਟੀਮ ਦੁਬਾਰਾ ਮੈਂ ਪੀਸੀਆਰ ਟੀਮ ਨੂੰ ਕਹਾਂਗਾ ਕਿ ਦੁਬਾਰਾ ਇੱਕ ਵਾਰ ਤੁਹਾਨੂੰ ਅਸੀਂ ਪੈਚ ਕਰ ਲਈਏ ਤਾਂ ਕਿ ਗੱਲਬਾਤ ਬਹੁਤ ਕਲੀਅਰ ਹੋ ਸਕੇ। ਇਸ ਵਿਚਾਲੇ ਮੈਂ ਪੀਰ ਮੁਹੰਮਦ ਜੀ ਦਾ ਰੁਖ ਕਰਦਾ। ਪੀਰ ਮੁਹੰਮਦ ਜੀ, ਦਖਲ-ਅੰਦਾਜ਼ੀ ਕਿਵੇਂ ਸਮਝਾਓ ਲੋਕਾਂ ਨੂੰ? ਕੰਗ ਸਾਹਿਬ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਕਹਿ ਰਹੇ ਨਹੀਂ ਹੈ ਦਖਲ-ਅੰਦਾਜ਼ੀ। ਕਾਂਗਰਸ ਕਹਿ ਰਹੀ ਹੈ ਕਿ ਜੇ ਸਿਰਫ ਇਹ ਲਾਈਵ ਪ੍ਰਸਾਰਣ ਤੱਕ ਹੈ ਤਾਂ ਫਿਰ ਤਾਂ ਕੋਈ ਦਿੱਕਤ ਨਹੀਂ ਹੈ, ਅੱਗੇ ਹੋਏਗੀ ਤਾਂ ਪ੍ਰੋਬਲਮ ਹੈ। ਦੇਖੋ, ਲਾਈਵ ਪ੍ਰਸਾਰਣ ਦੇ ਬਾਰੇ ਤਾਂ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟੈਂਡਰ ਕੱਢ ਰਹੇ ਆ ਕਿ ਜਿਸ ਟੀਵੀ ਚੈਨਲ ਨੇ ਵੀ ਇਸ ਦੇ ਵਿੱਚ ਪ੍ਰਸਾਰਣ ਦੇ ਵਿੱਚ ਅੱਗੇ ਆਉਣਾ ਹੈ ਤੇ ਉਹ ਆਪਣਾ ਟੈਂਡਰ ਪਾਉਣ। ਮੁਹੰਮਦ ਜੀ, ਇਸ ਸਮੇਂ ਇਹ ਵੀ ਚਰਚਾਵਾਂ ਨੇ ਨਾ, ਇਹ ਵੀ ਚਰਚਾਵਾਂ ਕਹਿੰਦੇ ਸ਼ਰਤਾਂ ਇਸ ਤਰੀਕੇ ਦੀਆਂ ਰੱਖਦੀਆਂ ਨੇ ਕਿ ਇੱਕ ਚੈਨਲ ਹੀ ਉਸ ਨੂੰ ਪੂਰੀਆਂ ਕਰ ਸਕੇਗਾ, ਸ਼ਰਤਾਂ ਦਾ ਬਾਕੀ ਕੋਈ ਪੂਰੀਆਂ ਕਰ ਨਹੀਂ ਸਕੇਗਾ। ਸ਼ਰਤਾਂ ਦਾ ਮੈਨੂੰ ਇਹ ਦੱਸੋ ਕਿ ਜਿਹੜੀ ਟਰਮ ਆਫ ਕੰਡੀਸ਼ਨ ਹੈ ਉਹ ਤਾਂ ਲਗਾਉਣੀ ਪਏਗੀ। ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਐਡ ਤੁਸੀਂ ਦੇਖਿਆ ਹੋਵੇਗਾ ਕਿ ਭੁਲੇਖਾ ਬਹੁਤ ਪਾਇਆ ਜਾਂਦਾ ਹੈ। ਅੱਜ ਵੀ ਟੀਵੀ ਚੈਨਲਾਂ ਦੇ ਉੱਤੇ ਲਗਾਤਾਰ ਜਦੋਂ ਗੁਰਬਾਣੀ ਪ੍ਰਸਾਰਣ ਹੁੰਦਾ ਹੈ ਨਾ ਸ਼ੁਕਲਾ ਜੀ, ਤੁਸੀਂ ਦੇਖੋਗੇ ਗੌਰਵ ਜੀ, ਉਸ ਵੇਲੇ ਕਿੰਨੇ ਹੀ ਟੀਵੀ ਚੈਨਲਾਂ ਦੇ ਉੱਤੇ ਲਾਈਵ ਲਿਖ ਕੇ ਨਾ ਗੁਰਬਾਣੀ ਦਰਬਾਰ ਸਾਹਿਬ ਤੋਂ ਰਿਲੇ ਦਾ ਇੱਕ ਪੋਸਟਰ ਬਣਾ ਕੇ ਲਗਾਇਆ ਹੁੰਦਾ, ਸਕਰੋਲ ਚੱਲ ਰਹੀ ਹੁੰਦੀ ਹੈ, ਲੇਕਿਨ ਜਦੋਂ ਤੁਸੀਂ ਉਸ ਨੂੰ ਓਪਨ ਕਰਦੇ ਹੋ ਤਾਂ ਉੱਥੇ ਸਭ ਤੋਂ ਪਹਿਲਾਂ ਤੁਹਾਨੂੰ ਐਡ ਮਿਲਦੀ ਹੈ। ਐਡ ਵੀ ਇਹੋ ਜੀ ਕਿ ਉਹਦਾ ਗੁਰਬਾਣੀ ਦੇ ਨਾਲ ਕੋਈ ਦੂਰ ਦਾ ਵੀ ਜਿਹੜਾ ਇੱਕ ਵੇਖੋ ਸਤਿਕਾਰ ਜਿਹੜਾ ਗੁਰਬਾਣੀ ਦਾ ਅਸੀਂ ਕਰਨਾ ਹੈ ਉਸ ਦੇ ਵਿੱਚ ਕੀ ਹੈਗਾ ਕਿ ਬਿਲਕੁਲ ਜਿਹੜੀਆਂ ਤੁਸੀਂ ਪੁਆਇੰਟ ਚੁੱਕ ਰਹੇ ਹੋ ਨਾ, ਇਹਨਾਂ ਦੇ ਉੱਪਰ ਤਾਂ ਬਹੁਤ ਆਰਾਮ ਦੇ ਨਾਲ ਰੋਕ ਲਗਾਈ ਜਾ ਸਕਦੀ ਹੈ ਕਿ ਜੇਕਰ ਤੁਸੀਂ ਫ੍ਰੀ ਟੂ 에ਅਰ ਕਰ ਦੋ, ਜਿਹੜੇ ਤੁਸੀਂ ਕਹਿ ਰਹੇ ਹੋ ਕਿ ਇਹ ਹੱਕ ਜਿਹੜਾ ਆਉਂਦੀ ਹੈ, ਇਹ ਸਭ ਹਟ ਜੰਨੇ ਆ। ਤੁਸੀਂ ਇਹ ਦੇਖੋ, ਦੱਸੋ ਕਿਹੜਾ ਚੈਨਲ ਇਸ ਤਰੀਕੇ ਨਾਲ ਕਰਦੇ? ਤੁਸੀਂ ਇਹ ਦੇਖੋ, ਇਹ ਹੱਕ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਉੱਥੋਂ ਖੋ ਕੇ ਇਹ ਹੱਕ ਜਿਹੜਾ ਇੱਕ ਬੋਰਡ ਜਿਹੜਾ ਇਹ ਅੱਗੇ ਜਾ ਕੇ
ਜਿਹੜਾ ਤੁਸੀਂ ਇਹ ਦੇਖੋ ਕੰਗ ਸਾਹਿਬ ਮੰਨ ਗਏ ਕਿ ਨਾ ਉਹ ਗੱਲ ਕਿ ਅਸੀਂ ਗੁਰਦੁਆਰਾ 1925 ਐਕਟ ਜਿਹੜਾ ਉਹਨੂੰ ਤਾਂ ਛੇੜ ਵੀ ਨਹੀਂ ਸਕਦੇ ਕਿਉਂਕਿ ਉਹ ਪਾਰਲੀਮੈਂਟ ਦਾ ਅਧਿਕਾਰ ਖੇਤਰ ਹੈ ਜੀ। ਔਰ ਇਹ ਉਸ ਦੇ ਵਿੱਚ ਅਮੈਂਡਮੈਂਟ ਬਿੱਲ ਜਿਹੜਾ 2023 ਇੱਕ ਅਲੱਗ ਲਿਆ ਕੇ ਉਸ ਦੇ ਤਹਿਤ ਫਿਰ ਇਹ ਬਹੁਤ ਸਾਰੀਆਂ ਦਖਲਅੰਦਾਜ਼ੀਆਂ ਕਰਨਗੇ। ਉਹ ਦਖਲਅੰਦਾਜ਼ੀਆਂ ਕੀ ਨੇ? ਕੱਲ ਨੂੰ ਫ੍ਰੀ ਟੂ 에ਅਰ ਵਾਲੇ ਤੇ ਕੋਈ ਪ੍ਰੋਬਲਮ ਨਹੀਂ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਦੇਖੋ ਟੈਂਡਰ ਵਾਲੇ ਤੇ ਸੀਐਮ ਕਹਿ ਰਹੇ ਕਿ ਕਿਉਂ ਕੱਢਣਾ ਟੈਂਡਰ, ਤੁਸੀਂ ਫ੍ਰੀ ਟੂ 에ਅਰ ਕਰੋ। ਕੀ ਐਸਜੀਪੀਸੀ ਫ੍ਰੀ ਟੂ 에ਅਰ ਕਰਨ ਬਾਰੇ ਵਿਚਾਰ ਕਰ ਸਕਦੀ ਹੈ? ਬਿਲਕੁਲ ਫ੍ਰੀ ਟੂ 에ਅਰ ਕਰਨ ਵਾਸਤੇ ਵਿਚਾਰ ਕੀਤਾ ਹੈ। ਔਰ ਜਿਸ ਤਰੀਕੇ ਨਾਲ ਪੀਟੀਸੀ ਚੈਨਲ ਨੂੰ, ਮੈਂ ਵਾਰ-ਵਾਰ ਇੱਥੇ ਭਾਵੇਂ ਚੈਨਲ ਦਾ ਨਾਮ ਨਹੀਂ ਲਿਆ ਜਾਣਾ ਚਾਹੀਦਾ ਪਰ ਮੈਂ ਕਿਉਂ ਲੈ ਰਿਹਾ ਤਾਂ ਕਿ ਦਰਸ਼ਕਾਂ ਨੂੰ ਸਮਝ ਲੱਗ ਜੇ ਇਸ ਗੱਲ ਦੀ ਕਿ ਇਹ ਜਿਹੜੇ ਚੈਨਲ ਦੀ ਉੱਤੇ ਗੱਲ ਕੀਤੀ ਜਾ ਰਹੀ ਹੈ ਉਸ ਨੂੰ ਜਿਸ ਤਰੀਕੇ ਦੇ ਨਾਲ ਉਸ ਨੇ ਗੁਰਬਾਣੀ ਕੀਰਤਨ ਦਿਖਾਇਆ ਹੁਣ ਤੱਕ ਤੇ ਦਰਸ਼ਕਾਂ ਤੱਕ, ਸੰਗਤਾਂ ਤੱਕ ਪਹੁੰਚਾਇਆ ਹੈ, ਉਹ ਢੰਗ ਤਰੀਕਾ ਜਿਹੜਾ ਹੈ, ਜਿਹੜਾ ਬਾਕੀ ਜਿਹੜੇ ਟੀਵੀ ਚੈਨਲ ਨੇ ਉਹੋ ਜਿਹੀ ਟਰਮ ਆਫ ਕੰਡੀਸ਼ਨ ਨੂੰ ਜੇ ਪ੍ਰਵਾਨ ਕਰਨਗੇ ਤਾਂ ਜ਼ਰੂਰ ਉਹਨਾਂ ਨੂੰ ਹੱਕ ਮਿਲੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਕਾਇਦਾ ਇਸ ਦੇ ਉੱਤੇ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਆਦੇਸ਼ ਜਾਰੀ ਹੋਇਆ ਉਸ ਦੇ ਉੱਤੇ ਬਿਲਕੁਲ ਹੂਬਹੂ ਆਪਣਾ ਕੰਮ ਕਰ ਰਹੀ ਹੈ। ਲੇਕਿਨ ਇੱਕ ਮੌਕਾ ਜਿਹੜਾ ਹੈ ਉਸ ਮੌਕੇ ਨੂੰ ਹੋਰ ਪਾਸੇ ਲਿਜਾ ਕੇ ਇੱਕ ਨਵਾਂ ਵਿਵਾਦ ਖੜਾ ਕੀਤਾ ਜਾ ਰਿਹਾ। ਹੁਣ ਇਹ ਕਹਿ ਰਹੇ ਜੀ ਲੀਜ਼, ਦੇਖੋ ਜਿਹੜਾ ਇੱਕ ਟਰਮ ਆਫ ਕੰਡੀਸ਼ਨ ਦੇ ਅਧੀਨ ਜੇ ਕਿਸੇ ਨਾਲ ਇੱਕ ਸਮਝੌਤਾ ਹੋ ਗਿਆ ਟੀਵੀ ਚੈਨਲ ਨਾਲ ਤੇ ਉਹ ਸਮਝੌਤਾ ਅੱਗੇ ਬਹੁਤ ਸਾਰੇ ਟੀਵੀ ਚੈਨਲਾਂ ਨਾਲ ਵੀ ਹੋ ਸਕਦਾ, ਇਹਦੇ ਵਿੱਚ ਕੋਈ ਦੋ ਰਾਇ ਨਹੀਂ। ਪਰ ਤੁਸੀਂ ਦੇਖੋ ਦੇਸ਼ ਦੁਨੀਆ ਦੇ ਵਿੱਚ ਕਿੰਨੇ ਟੀਵੀ ਚੈਨਲ ਨੇ ਜਿਹੜੇ ਪੂਰਾ ਸਮਾਂ ਜਿਹੜਾ 24 ਘੰਟੇ ਗੁਰਬਾਣੀ ਕੀਰਤਨ ਨੂੰ ਦੇ ਸਕਦੇ ਆ। ਇਸ ਤਰ੍ਹਾਂ ਦੀਆਂ ਕਈ ਗੱਲਾਂ, ਕਈ ਮਜਬੂਰੀਆਂ। ਔਰ ਫਿਰ ਦੇਖੋ ਕਿਸੇ ਨੂੰ ਹੱਕ ਦੇ ਵੀ ਦਿੱਤਾ ਜਾਵੇ ਤਾਂ ਅੱਜ ਕੋਈ ਐਡ ਲਗਾ ਰਿਹਾ ਉਹ ਫਿਰ ਕੀ ਕਹੇਗਾ ਕਿ ਤੁਸੀਂ ਜੀ ਕੋਰਟ ਦੇ ਵਿੱਚ ਚਲੇ ਜਾਓ, ਜੀ ਕੋਰਟ ਦੇ ਵਿੱਚ ਮੈਂ ਆਪਣਾ ਜਵਾਬ ਦੇਵਾਂਗਾ। ਮੈਂ ਉਹੀ ਤਾਂ ਕਹਿ ਰਿਹਾ ਕਿ ਜੋ ਜਥੇਦਾਰ ਸਾਹਿਬ, ਜੋ ਕੰਗ ਜੀ ਨੇ ਕਿਹਾ, ਜਥੇਦਾਰ ਸਾਹਿਬ ਕਹਿ ਰਹੇ ਸੀ ਕਿ ਤੁਸੀਂ ਫੁੱਲ ਫਲੈਜ ਆਪਣਾ ਚੈਨਲ ਲਿਆਓ, ਐਸਜੀਪੀਸੀ ਆਪਣਾ ਚੈਨਲ ਲਿਆਓ। ਬਿਲਕੁਲ ਸੀਐਮ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਇਕਵਿਪਮੈਂਟਸ ਸਰਕਾਰ ਦੇ ਦੇਗੀ, ਤੁਸੀਂ ਚੈਨਲ ਚਲਾਓ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਇਨਕਾਰ ਥੋੜਾ ਕੀਤਾ। ਬਣਿਆ ਵੀ ਨਹੀਂ। ਤੁਸੀਂ ਦੇਖੋ ਆ ਤੁਹਾਡਾ ਐਡਾ ਵੱਡਾ ਇੱਥੇ ਸਟਰਕਚਰ ਖੜਾ ਹੈ, ਇੱਕ ਦਿਨ 'ਚ ਬਣ ਗਿਆ ਟੀਵੀ ਚੈਨਲ ਨੂੰ ਇੱਕ ਉਸ ਮਿਆਰ ਦਾ ਬਣਾਉਣ ਵਾਸਤੇ ਇਹ YouTube ਚੈਨਲ ਤਾਂ ਭਾਵੇਂ 24 ਘੰਟਿਆਂ ਦੇ ਵਿੱਚ ਬਣਾ ਲਵੋ, ਲੇਕਿਨ ਜਿਹੜਾ ਇੱਕ ਫੁੱਲ ਫਲੈਸ਼ ਜਿਹੜਾ ਟੀਵੀ ਚੈਨਲ ਹੈ। ਤੁਹਾਡਾ ਪੁਆਇੰਟ ਹੈ। ਗੱਲ ਪਤਾ ਕੀ ਹੈ ਕਿ ਪੂਰੀ ਡਿਬੇਟ ਇਸ ਸਮੇਂ ਫ੍ਰੀ ਟੂ 에ਅਰ ਦੇ ਉੱਤੇ ਫੋਕਸਡ ਹੈ। ਹੁਣ ਫ੍ਰੀ ਟੂ 에ਅਰ ਦੇ ਉੱਤੇ ਪ੍ਰੋਬਲਮ ਹੈ ਜਾਂ ਫਿਰ ਜਿਹੜਾ ਐਕਟ ਲੈ ਕੇ ਆ ਰਹੇ ਨੇ ਪੰਜਾਬ ਸਰਕਾਰ ਆਪਣੇ ਲੈਵਲ ਤੇ ਉਸ ਉੱਪਰ ਪ੍ਰੋਬਲਮ ਹੈ। ਇਹ ਐਕਟ ਦੇ ਉੱਤੇ ਪ੍ਰੋਬਲਮ ਹੈ। ਇਹ ਬੜੀ ਵੱਡੀ ਸ਼ੈ ਆ, ਬੜੀ ਵੱਡੀ ਸ਼ੈ ਆ। ਉਹਨਾਂ ਦੀ ਗੱਲ ਕੰਪਲੀਟ ਨਹੀਂ ਹੋਈ ਸੀ, ਤੁਸੀਂ ਰਿਐਕਟ ਕਰਿਓ। ਜੈ ਬਾਂਜੀ ਪਲੀਜ਼ ਤੁਸੀਂ ਆਪਣੀ ਗੱਲ ਕੰਪਲੀਟ ਕਰ ਸਕਦੇ ਹੋ। ਹਾਂਜੀ ਹੁਣ ਆ ਰਹੀ ਹੈ ਮੇਰੀ ਆਵਾਜ਼ ਠੀਕ ਤਾਂ? ਹਾਂਜੀ ਸਰ ਤੁਹਾਡੀ ਆਵਾਜ਼ ਆ ਰਹੀ ਹੈ। ਚਲੋ ਵੈਰੀ ਗੁੱਡ। ਅੱਛਾ ਸਭ ਤੋਂ ਪਹਿਲੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਸਰਕਾਰ ਦੀ ਪਾਲਿਸੀ ਕੀ ਹੈ। ਬੀਜੇਪੀ ਸਰਕਾਰ ਇਹ ਸਮਝਦੀ ਹੈ ਕਿ ਕਿਸੇ ਵੀ ਰਿਲੀਜੀਅਸ ਬੋਡੀ ਦੇ ਵਿੱਚ ਉਹਦੇ ਪਰਸਨਲ ਅਫੇਅਰ ਦੇ ਵਿੱਚ ਬੀਜੇਪੀ ਸਰਕਾਰ ਨੂੰ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਠੀਕ ਹੈ। ਤੇ ਇਸ ਵਾਸਤੇ ਐਸਜੀਪੀਸੀ ਦੀ ਮਰਿਆਦਾ ਰੱਖਦੇ ਹੋਏ ਤੇ ਐਸਜੀਪੀਸੀ ਦੇ ਨਾਲ ਜਿਹੜਾ ਪੈਕਟ ਹੋਇਆ ਸੀਗਾ ਜਵਾਹਰ ਲਾਲ ਨਹਿਰੂ ਵਿਦ ਮਾਸਟਰ ਤਾਰਾ ਸਿੰਘ ਕਿ ਐਸਜੀਪੀਸੀ ਆਪਣੀ ਇੰਡੀਪੈਂਡੈਂਸ ਕਰੇਗੀ ਤੇ ਕੋਈ ਵੀ ਰੈਜ਼ੋਲੂਸ਼ਨ ਪਾਸ ਕਰੇਗੀ ਫਿਰ ਹੀ ਗੁਰਦੁਆਰਾ ਐਕਟ ਨੂੰ ਅਮੈਂਡ ਕੀਤਾ ਜਾਏਗਾ। ਉਹਨੂੰ ਅਸੀਂ ਇਸ ਤਰ੍ਹਾਂ ਨਾਲ ਮੇਨਟੇਨ ਕਰਦੇ ਹਾਂ, ਜਿਹਦੇ ਕਾਰਨ ਕਿ ਜਿਹੜੀ ਲਾਸਟ ਅਮੈਂਡਮੈਂਟ ਹੋਈ ਹੈ ਉਹ 2016 ਦੇ ਵਿੱਚ ਹੋਈ ਸੀਗੀ ਸਹਿਕਾਰੀ ਸਿੱਖਿਆ ਦੇ ਵਾਸਤੇ। ਉਹ ਵੀ ਜਦੋਂ ਐਸਜੀਪੀਸੀ ਨੇ ਰੈਜ਼ੋਲੂਸ਼ਨ ਪਾਸ ਕੀਤੀ ਸੀਗੀ ਉਹਦੇ ਬਾਅਦ ਹੀ ਉਹ ਕੀਤੀ ਗਈ। ਇਹ ਤੇ ਹੋ ਗਿਆ ਪੋਲੀਟੀਕਲ ਸਟੈਂਡ ਬੀਜੇਪੀ ਦਾ। ਤੇ ਇਹ ਰਿਲੀਜੀਅਸ ਸੰਸਥਾਵਾਂ ਦੇ ਵਾਸਤੇ ਵੀ ਹੈਗਾ। ਹੁਣ ਆ ਜਾਂਦੇ ਆ ਸੋਸ਼ਲ ਐਂਗਲ। ਸੋਸ਼ਲ ਐਂਗਲ ਦੇ ਵਿੱਚ ਜੋ ਮੇਰੇ ਨਾਲ ਦੇ ਕੋ ਪੈਨਲਿਸਟ ਕਹਿ ਰਹੇ ਨੇ ਉਹ ਅਸੀਂ ਮੰਨਦੇ ਆ ਕਿ ਇੱਕ ਪਾਰਟਿਕੂਲਰ ਚੈਨਲ ਨੂੰ ਏਡੀ ਦੇਰ ਦੇ ਵਾਸਤੇ ਉਥੋਂ ਦੀਆਂ ਰਾਈਟਸ ਦੇਣੀਆਂ ਜਿਹੜੀਆਂ ਨੇ ਇਹ ਠੀਕ ਨਹੀਂ ਨੇ। ਤੇ ਉਥੋਂ ਦੀਆਂ ਰਾਈਟਸ ਦੇ ਵਾਸਤੇ ਇੱਕ ਬਹੁਤ ਐਕਸਪੈਂਸਿਵ ਤੇ ਅੱਛੀ ਜਿਹੜੀ ਪਾਲਿਸੀ ਹੈ ਉਹ ਐਸਜੀਪੀਸੀ ਨੂੰ ਬਣਾਉਣੀ ਚਾਹੀਦੀ ਹੈ। ਇਹ ਜਿਹੜਾ ਫ੍ਰੀ ਟੂ 에ਅਰ ਹੈ ਇਹਦੇ ਵਿੱਚ ਮਰਿਆਦਾ ਦੇ ਕਾਫੀ ਇਸ਼ੂਜ਼ ਹੈਗੇ ਨੇ ਜਿਨ੍ਹਾਂ ਨੂੰ ਦੇਖਣਾ ਪਏਗਾ ਤੇ ਇਹਦੇ ਉੱਤੇ ਜ਼ਿਆਦਾ ਡਿਬੇਟ ਦੀ ਜ਼ਰੂਰਤ ਹੈ। ਉਹ ਡਿਬੇਟ ਜਿਹੜੀ ਹੈ ਐਸਜੀਪੀਸੀ ਨੂੰ ਇਨੀਸ਼ੀਏਟ ਕਰਕੇ ਤੇ ਸਾਰੇ ਸਿੱਖ ਸਮਾਜ ਦੇ ਨਾਲ ਉਹਨੂੰ ਸ਼ੇਅਰ ਕਰਨਾ ਚਾਹੀਦਾ ਹੈ। ਹੁਣ ਤੀਸਰੀ ਗੱਲ ਆ ਜਾਂਦੀ ਹੈ ਆਮ ਆਦਮੀ ਪਾਰਟੀ ਦੀ। ਆਮ ਆਦਮੀ ਮੇਰੇ ਹਿਸਾਬ ਦੇ ਨਾਲ ਇਹ ਸਾਰਾ ਪੋਲਿਟਿਸਾਈਜ਼ ਕਰ ਰਹੀ ਹੈ ਕਿਉਂਕਿ ਮੈਂ 3-4 ਪਿਛਲੀ ਵੀ ਡਿਬੇਟ 'ਚ ਬੈਠਿਆ, ਮੈਂ 3-4 ਕੀ ਕਹਿੰਦੇ ਨੇ ਵਕੀਲਾਂ ਨੂੰ ਸੁਣ ਲਿਆ। ਇਹ ਇਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਜੋ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਸਿਰਫ ਇੱਕ ਰੈਜ਼ੋਲੂਸ਼ਨ ਪਾਸ ਕਰ ਸਕਦੇ ਨੇ
ਤੇ ਇਹ ਕਿਸੇ ਤਰੀਕੇ ਦੀ ਅਮੈਂਡਮੈਂਟ ਨਹੀਂ ਕਰ ਸਕਦੇ, ਸਪੈਸ਼ਲੀ ਗੁਰਦੁਆਰਾ ਐਕਟ ਆਫ 1925 ਦੇ ਵਿੱਚ। ਇਸ ਵਾਸਤੇ ਮੈਨੂੰ ਇਹ ਲੱਗਦਾ ਹੈ ਕਿ ਇਸ ਗੱਲ ਨੂੰ ਇਹ ਪੋਲਿਟਿਸਾਈਜ਼ ਕਰ ਰਹੇ ਨੇ। ਜਿਸ ਤਰੀਕੇ ਦੀ ਮਾਨ ਜੀ ਨੇ ਸਟੇਟਮੈਂਟਸ ਬਣਾਈਆਂ ਨੇ, ਉਹਨਾਂ ਨੇ ਉਸ ਗੱਲ ਨੂੰ ਤੋੜ ਮੜੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ 'ਚ ਉਹ ਕਾਫੀ ਮਾਹਿਰ ਨੇ। ਤੇ ਮੈਨੂੰ ਕਾਫੀ ਇਸ ਗੱਲ ਦਾ ਮਤਲਬ ਆਸ਼ਚर्य ਹੁੰਦਾ ਹੈ ਕਿ ਕੁਝ ਚੈਨਲਸ ਨੇ ਇਹ ਵੀ ਕਰ ਦਿੱਤਾ ਕਿ ਪੰਜਾਬ ਗਵਰਨਮੈਂਟ ਟੂ ਇੰਟਰੋਡਿਊਸ ਸਿੱਖ ਗੁਰਦੁਆਰਾ ਐਕਟ ਅਮੈਂਡਮੈਂਟ। ਮੈਂ ਜਿੱਥੋਂ ਤੱਕ ਸਮਝਦਾ ਇਹ ਪੰਜਾਬ ਗਵਰਨਮੈਂਟ ਅਮੈਂਡਮੈਂਟ ਜਿਹੜੀ ਹੈ ਇਹ ਕਰ ਹੀ ਨਹੀਂ ਸਕਦੀ ਹੈ, ਤੇ ਇਸ ਵਾਸਤੇ ਇਹਨਾਂ ਨੂੰ ਇਹ ਚੀਜ਼ ਨੂੰ ਪੋਲਿਟਿਸਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਸੀ ਕਰਨੀ ਚਾਹੀਦੀ। ਇਹਨਾਂ ਨੂੰ ਇਸ SGPC ਦੇ ਨਾਲ ਗੱਲ ਕਰਕੇ ਹੀ ਅੱਗੇ ਲੈ ਕੇ ਜਾਣਾ ਚਾਹੀਦਾ ਸੀਗਾ। ਰਿਲੀਜੀਅਸ ਅਫੇਅਰਸ ਦੇ ਵਿੱਚ ਇਸ ਤਰੀਕੇ ਦੇ ਨਾਲ ਸਿਸਟਮਿਕ ਇੰਟਰਫੇਰੈਂਸ ਜਿਹੜੀ ਹੈ ਉਹ ਕਦੀ ਵੀ ਅੱਛੀ ਨਹੀਂ ਹੁੰਦੀ। ਪੰਜਾਬ ਦੇ ਵਿੱਚ ਪ੍ਰੋਬਲਮਸ ਨੇ, ਉਹਨਾਂ ਪ੍ਰੋਬਲਮਸ ਦੇ ਵਿੱਚ ਇਸ ਤਰੀਕੇ ਦੀ ਗੱਲ ਨੂੰ ਐਡ ਕਰਨਾ ਮੇਰੇ ਹਿਸਾਬ ਦੇ ਨਾਲ ਕੋਈ ਅੱਛੀ ਗੱਲ ਨਹੀਂ ਹੈ। ਠੀਕ ਹੈ, ਮੈਂ ਕੰਗ ਜੀ ਦਾ ਇੱਕ ਵਾਰ ਰੁਕ ਕਰਦਾ ਹਾਂ। ਕੰਗ ਜੀ ਕੁਝ ਕਹਿਣਾ ਵੀ ਚਾਹ ਰਹੇ ਸੀ। ਕੰਗ ਜੀ, ਬਲਵਿੰਦਰ ਕੰਗ ਜੀ। ਦੇਖੋ, ਮੈਂ ਪਹਿਲਾਂ ਤਾਂ ਪੀਰ ਮੁਹੰਮਦ ਜੀ ਨੂੰ ਮੈਂ ਕਰੈਕਟ ਕਰਦਾ। ਮੈਂ ਕਿਹਾ ਸੀ ਇਹ ਸਟੇਟ ਸਬਜੈਕਟ ਹੈ, ਸੈਂਟਰ ਸਬਜੈਕਟ ਨਹੀਂ ਹੈ। ਔਰ ਮੁੱਖ ਮੰਤਰੀ ਜੀ ਨੇ ਉਹਨੂੰ ਐਕਸਪਲੇਨ ਕੀਤਾ ਹੈ ਕਿ ਸੈਕਸ਼ਨ 72 ਚ ਟੈਂਪਰੇਰੀ ਪ੍ਰੋਵੀਜ਼ਨ ਸੀਗਾ ਸੈਂਟਰ ਕੋ, ਜਦੋਂ ਵੀ ਔਰ ਇਹ 'ਚ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ 2014 ਚ ਜਦੋਂ ਕਾਂਗਰਸ ਸਰਕਾਰ ਸੀ ਹਰਿਆਣੇ ਚ, ਉਹ 'ਚ ਸੁਪਰੀਮ ਕੋਰਟ ਨੇ ਕਿਹਾ since power to legislate conferred on the state legislature not affected in any manner, therefore state have power to legislate both under entry 28 of list 3 and entry 32 list 2 of region that 1925 act is not interstate body corporate। मैं बड़ा स्पष्ट कर रहा हूं, इस करके ਇਹੋ ਹੀ ਸਾਜ਼ਿਸ਼ ਕਰ ਲੈਣ ਦਿਓ ਇੱਕ ਵਾਰੀ ਕੰਪਲੀਟ। मैं वही कह रहा, ਵਿੱਚ ਨਾ ਬੋਲੋ ਪੀਰ ਮੁਹੰਮਦ ਸਾਹਿਬ, ਇਹ ਗੱਲ ਠੀਕ ਨਹੀਂ ਗੀ, ਇਹ ਗੱਲ ਠੀਕ ਨਹੀਂ ਤੁਹਾਡੀ, ਮੈਂ ਵਿੱਚ ਨਹੀਂ ਬੋਲਿਆ। ਇਹ ਸਟੇਟ ਸਬਜੈਕਟ ਹੈ ਔਰ ਇਹਨੂੰ ਲੈਜਿਸਲੇਸ਼ਨ ਨੂੰ, ਸਟੇਟ ਲੈਜਿਸਲੇਸ਼ਨ ਨੂੰ ਪੂਰਾ ਅਧਿਕਾਰ ਹੈ ਇਹਦੇ ਤੇ ਕਾਨੂੰਨ ਬਣਾਉਣ ਦਾ, ਅਮੈਂਡ ਕਰਨ ਦਾ। ਦੂਜੀ ਗੱਲ, ਪੀਰ ਮੁਹੰਮਦ ਸਾਹਿਬ ਕਹਿ ਰਹੇ ਸੀ ਵੀ ਜੁਲਾਈ ਚ ਟੈਂਡਰ ਕੱਢ ਰਹੇ, 11 ਸਾਲ ਤੋਂ ਟੈਂਡਰ ਕਿਉਂ ਨਹੀਂ ਕੱਢੇ ਗਏ? ਇੱਕ ਸਵਾਲ, 2011 ਤੋਂ ਇੱਕ ਚੈਨਲ ਨੂੰ ਕਿਉਂ ਰਾਈਟ ਦੇ ਰੱਖੇ ਆ? ਕਿਉਂ ਜਥੇਦਾਰ ਸਾਹਿਬ ਦੇ ਕਹਿਣ ਦੇ ਬਾਵਜੂਦ ਵੀ ਇਸ ਤੇ ਹਿਲਜੁਲ ਕਿਉਂ ਨਹੀਂ ਹੁੰਦੀ, ਬਲਕਿ ਜਥੇਦਾਰ ਸਾਹਿਬ ਨੂੰ ਜਿਹੜੀ ਆ ਉਹ ਵਿਦਾਇਗੀ ਦੇ ਦਿੱਤੀ ਜਾਂਦੀ ਜਦੋਂ ਵਿਦੇਸ਼ੀ ਦੌਰੇ ਤੇ ਆ? ਇਸ ਕਰਕੇ ਅਸੀਂ ਕਹਿੰਦੇ ਆ ਇਹ ਚੈਨਲ ਦੀ ਮੋਨੋਪੋਲੀ ਨੂੰ ਤੋੜਨ ਤਾਂ ਪੰਥੇ ਅਟੈਕ ਕਿਸ ਤਰ੍ਹਾਂ ਹੋ ਸਕਦਾ ਹੈ? ਜੇ ਕਿਸੇ ਜੰਗੇ ਆਜ਼ਾਦੀ ਜਿੱਥੇ ਕਰਪਸ਼ਨ ਦੇ ਦੋਸ਼ ਹੈ ਤੇ ਉੱਥੇ ਇਨਵੈਸਟੀਗੇਸ਼ਨ ਹੋ ਰਹੀ ਹੈ, ਆਖੇ ਦੀ ਮੀਡੀਆ ਦੀ ਆਜ਼ਾਦੀ ਤੇ ਹਮਲਾ, ਤੇ ਜੇ ਇੱਕ ਚੈਨਲ ਦੀ ਮੋਨੋਪੋਲੀ ਖਤਮ ਕੀਤੀ ਜਾ ਰਹੀ ਹੈ ਔਰ ਉਸ ਚੈਨਲ ਨੂੰ ਮੌਕਾ ਵੀ ਮਿਲੂਗਾ, ਉਹਨੂੰ ਬਾਹਰ ਨਹੀਂ ਕਰ ਰਹੇ, ਮੁੱਖ ਮੰਤਰੀ ਜੀ ਨੇ ਕਿਹਾ ਉਸ ਚੈਨਲ ਨੂੰ ਮੌਕਾ ਮਿਲੂਗਾ ਔਰ ਸਾਰੀ ਦੁਨੀਆ 'ਚ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਫ੍ਰੀ ਆਫ ਕਾਸਟ ਹੋਊਗਾ, ਘਰ ਘਰ ਗੁਰਬਾਣੀ ਜਾਊਗੀ। ਇਹਦੇ 'ਚ ਕੀ ਦਿੱਕਤ ਹੈ? ਔਰ SGPC ਇਹਨੂੰ ਐਜੂਕੇਟ ਕਰੂਗੀ, ਇਹ ਵੀ ਬੜਾ ਸਪਸ਼ਟ ਹੈ। ਤੇ ਇਹਦੇ 'ਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਹੈ, ਸਿਰਫ ਤੇ ਸਿਰਫ ਟਰਾਂਸਪੇਰੈਂਸੀ ਲਿਆਂਦੀ ਗਈ ਆ ਔਰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਗਈ ਆ। ਇਹ ਪੰਜਾਬ ਸਰਕਾਰ ਕਰਨ ਜਾ ਰਹੀ ਹੈ। ਠੀਕ ਹੈ ਪੀਰ ਮੁਹੰਮਦ ਜੀ, ਇਹ ਦੇਖੋ ਕੰਗ ਸਾਹਿਬ ਨੂੰ ਮੈਂ ਇਹੋ ਹੀ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਤੁਸੀਂ ਆਪਣੇ ਆਪ ਬਿਲਕੁਲ ਕਲੀਅਰ ਮੰਨ ਰਹੇ ਹੋ ਕਿ ਗੁਰਦੁਆਰਾ ਐਕਟ ਜਿਹੜਾ ਉਹ ਇੱਕ ਅਲੱਗ ਚੀਜ਼ ਏ, ਔਰ ਦੂਸਰੇ ਪਾਸੇ ਤੁਸੀਂ ਸੁਪਰੀਮ ਕੋਰਟ ਦਾ ਹਵਾਲਾ ਦੇ ਕੇ ਤੇ ਹਰਿਆਣੇ ਦੀ ਗੱਲ ਕਰ ਰਹੇ ਹੋ। ਹਰਿਆਣੇ ਦੇ ਪੈਟਰਨ ਦੇ ਉੱਤੇ ਤਾਂ ਤੁਸੀਂ ਚੱਲ ਰਹੇ ਹੋ। ਤੇ ਤੁਸੀਂ ਦੇਖੋ, ਮੈਂ ਇੱਥੇ ਜੈਬੰਦ ਸਿੰਘ ਜੀ ਬੈਠੇ ਆ, ਇਹ ਦੇਖੋ ਜਿਹੜੀ ਤੁਹਾਡੀ ਪਿੱਛੇ ਸ਼ਹਿ ਚੱਲ ਰਹੀ ਹੈ ਨਾ ਜੀ, ਸ਼ਾਹ ਸਾਹਿਬ ਨੂੰ ਦੱਸੋ ਇਸ ਤਰ੍ਹਾਂ ਦੀ ਸ਼ਹਿ ਤੋਂ ਗਰੇਜ ਕਰਨ। ਅੱਛਾ, ਮਤਲਬ ਤੁਹਾਨੂੰ ਲੱਗ ਰਿਹਾ ਕਿ ਬੀਜੇਪੀ ਦੀ ਸ਼ਹਿ ਹੈ? ਬਿਲਕੁਲ ਇਹਦੇ ਵਿੱਚ ਕੋਈ ਦੋ ਰਾਇਆ ਨਹੀਂ। ਇਹਦੇ ਪਿੱਛੇ ਜਿਹੜਾ ਹੈ ਉਸ ਚੀਜ਼ ਨੂੰ ਵੀ ਕਲੀਅਰ ਕਰਨ ਦੀ ਲੋੜ ਹੈ। ਇਹਦੇ ਉੱਤੇ ਕੱਲੀ ਗੋਲ ਗੱਲਾਂ ਕਰਨ ਦੇ ਨਾਲ ਨਹੀਂ ਅਸਰਨਾ। ਇਹ ਦੇਖੋ, ਸਿੱਖ ਕੌਮ ਦੇ ਅੰਦਰ ਖਾਨਾ ਜੰਗੀ ਵਰਗਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਵੇਂ ਹੀ ਜਿਵੇਂ ਹਰਿਆਣੇ ਦੇ ਵਿੱਚ ਕੀਤਾ ਜੀ। ਇਹ ਜਿਹੜਾ ਹੈ ਅਲੱਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਰੜਕ ਰਹੀ ਹੈ, ਸਿੱਖ ਕੌਮ ਦੀ ਪਾਰਲੀਮੈਂਟ ਹੈ। ਪੀਰ ਮੁਹੰਮਦ ਜੀ, ਹਰਿਆਣਾ ਵਾਲਾ ਫੈਸਲਾ ਜੋ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਸੀ ਉਸ ਦੇ ਬਿਹਾਫ ਦੇ ਉੱਤੇ ਕਹਿ ਰਹੇ ਨੇ, ਉਸ ਦਾ ਹਵਾਲਾ ਦੇ ਕੇ ਕਿ ਦੇਖੋ ਸਟੇਟ ਸਬਜੈਕਟ ਹੈ, ਸੁਪਰੀਮ ਕੋਰਟ ਨੇ ਕਹਿ ਦਿੱਤਾ, ਇਸ ਕਰਕੇ ਅਸੀਂ ਅਮੈਂਡਮੈਂਟ ਕਰਨ ਜਾ ਰਹੇ ਹਾਂ ਜਾਂ ਬਿੱਲ ਲੈ ਕੇ ਆ ਰਹੇ ਹਾਂ। ਦੇਖੋ, ਅਮੈਂਡਮੈਂਟ ਗੱਲ ਤਾਂ ਇਹੋ ਹੀ ਹੈ ਕਿ ਤੁਸੀਂ ਦੇਖੋ ਇਹਨਾਂ ਨੂੰ, ਜੇ ਇੱਕ ਸੰਵਿਧਾਨ ਹੈ, ਸੰਵਿਧਾਨ ਇੱਕ ਕਾਨੂੰਨ ਹੈ, ਉਹਦੇ ਤਹਿਤ ਹੀ ਮੁੱਖ ਮੰਤਰੀ ਸਾਹਿਬ ਬਣੇ ਆ।
ਉਹਦੇ ਤਹਿਤ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਹਿੰਦੇ ਅਸੀਂ ਕਮੇਟੀ ਉਸ ਬਣੀ ਕਾਨੂੰਨ ਦੇ ਤਹਿਤ ਹੀ ਤਾਂ ਲੈ ਕੇ ਆ ਰਹੇ ਤੇ ਤੁਸੀਂ ਦੇਖੋ ਉਸ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ। ਆ ਜਿਹੜਾ ਇਹਨਾਂ ਨੇ ਨਵਾਂ ਜਿਹੜਾ ਗੁਰਦੁਆਰਾ ਐਕਟ ਦੇ ਵਿੱਚ ਜਿਹੜਾ 2023 ਜੋ ਕਹਿ ਰਹੇ ਆ ਵਾਰ-ਵਾਰ ਉਹਦਾ ਜ਼ਿਕਰ ਕਰ ਰਹੇ, ਉਹਦਾ ਕਾਰਨ ਕੀ ਹੈ? ਕਿਉਂਕਿ ਇਹਨਾਂ ਨੇ ਇੱਕ ਮੱਦ ਲੈ ਕੇ ਆਉਣੀ ਹੈ। ਗੱਲ ਇਹ ਪਹਿਲਾਂ ਇੱਥੋਂ ਸ਼ੁਰੂ ਕਰਨਗੇ, ਫਿਰ ਹੌਲੀ-ਹੌਲੀ ਫਿਰ ਇਹ ਸਹਿਜਧਾਰੀ ਵੋਟਰਾਂ ਦੀ ਗੱਲ, ਜਿਵੇਂ ਤੁਸੀਂ ਦੇਖੋ ਜਿਹੜਾ ਰੇੜਕਾ ਇਹ ਵਾਰ-ਵਾਰ ਕਹਿ ਰਿਹਾ ਕਿ ਚੋਣਾਂ ਨਹੀਂ ਹੋਈਆਂ, ਚੋਣਾਂ ਦਾ ਕਾਰਨ ਕੀ ਸੀ ਕਿ ਸਹਿਜਧਾਰੀ ਵੋਟਰਾਂ ਨੂੰ ਅਧਿਕਾਰ ਹੈਗਾ ਕਿ ਨਹੀਂ ਵੋਟ ਪਾਉਣ ਦਾ। ਇਹ ਅਗਲਾ ਪੁਆਇੰਟ ਜਿਹੜਾ ਹੈ ਉਹਦੇ ਵਿੱਚ ਫਿਰ ਇਹ ਰੇੜਕਾ ਖੜਾ ਕਰਨਗੇ। ਇੱਕ ਗੱਲ ਨਹੀਂ, ਇਹਨਾਂ ਨੇ ਕਈ ਕੁਝ ਤੁਸੀਂ ਦੇਖੋ, ਇਹਨਾਂ ਨੂੰ ਸਿਰਫ ਤੇ ਸਿਰਫ ਇਹ ਆ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਜਿਹੜੀ ਵੋਟ ਡਿਵੀਜ਼ਨ ਕਰੀਏ ਔਰ ਪਹਿਲਾਂ ਫਾਇਦਾ ਹੋਏਗਾ। ਹਾਂ, ਲੱਗਦਾ ਕਿ ਐਸਜੀਪੀਸੀ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਬਿਲਕੁਲ ਸਿੱਧੇ ਰੂਪ ਦੇ ਵਿੱਚ। ਚਲੋ ਮੈਂ ਜਵਾਬ ਲਵਾਂਗਾ, ਜਿਵੇਂ ਕਾਂਗਰਸ ਨੇ ਕੋਸ਼ਿਸ਼ ਕੀਤੀ ਸੀ। ਠੀਕ ਹੈ, ਮੇਰਾ ਸਵਾਲ ਹਜੇ ਵੀ ਸਟੈਂਡ ਕਰਦਾ ਸਰ, ਲੋਕਾਂ ਨੂੰ ਸਮਝਾ ਦਿਓ ਦਖਲਅੰਦਾਜ਼ੀ ਕਿਵੇਂ ਹੈ। ਤੁਸੀਂ ਜਵਾਬ ਦਿਓ, ਪਰ ਉਸ ਤੋਂ ਪਹਿਲਾਂ ਕਾਲੋ ਸਾਹਿਬ ਦੇਖੋ, ਮੈਨੂੰ ਕੰਗ ਸਾਹਿਬ ਨੇ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਕਿ ਜਿਹੜਾ ਆਰਟੀਕਲ 72A ਹੈ ਉਹਦੇ ਵਿੱਚ ਸਟੇਟ ਦੀ ਜਿਹੜੀ ਵਿਧਾਨ ਪਾਲਿਕਾ ਜਾਂ ਵਿਧਾਨ ਸਭਾ ਉਹਦੇ ਕੋਲ ਅਧਿਕਾਰ ਹੈ। ਮੇਰੇ ਖਿਆਲ ਨਾਲ ਕੰਗ ਸਾਹਿਬ ਵਕੀਲ ਵੀ ਨੇ ਬੜੇ ਵੱਡੇ, ਮੈਂ ਕਰੈਕਟ ਕਰ ਦਿਆਂ ਕਿ ਜੇ ਇਹ ਟੈਂਪਰੇਰੀ ਪ੍ਰੋਵੀਜ਼ਨ ਹੈ ਤੇ ਇਹ ਉਦੋਂ ਹੀ ਵਿਧਾਨ ਸਭਾ ਇਹਦੇ ਉੱਤੇ ਕੁਝ ਕਰ ਸਕਦੀ ਹੈ ਜਦੋਂ ਤੱਕ ਵੱਖਰੀ ਕਮੇਟੀ ਬਣ ਜਾਂਦੀ ਹੈ। ਅਜੇ ਤੱਕ ਇਹ ਇੰਟਰਸਟੇਟ ਕਮੇਟੀ ਹੈ, ਇਹਦੇ ਤੇ ਵਿਧਾਨ ਸਭਾ ਜਿਹੜੀ ਹੈ ਉਹ ਮਤਾ ਨਹੀਂ ਲਿਆ ਸਕਦੀ। ਇਹ ਬਿਲਕੁਲ ਗਲਤ ਕਹਿ ਰਹੇ ਨੇ ਕੰਗ ਸਾਹਿਬ। ਔਰ ਦੂਸਰੀ ਗੱਲ ਜਿਹੜੀ ਪੀਰ ਮੁਹੰਮਦ ਸਾਹਿਬ ਬਾਰ-ਬਾਰ ਕਹਿ ਰਹੇ ਨੇ ਜੀ ਟੈਂਡਰ ਦੀ ਪ੍ਰਕਿਰਿਆ ਚੱਲ ਰਹੀ ਹੈ, ਟੈਂਡਰ ਦੀ, ਮੈਂ ਇਹ ਪੁੱਛਣਾ ਚਾਹੁੰਦਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਤੋਂ ਕਿ ਕੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਕੀ ਅਸੀਂ ਇਹਦੇ ਪ੍ਰਬੰਧਾਂ ਨੂੰ ਕਮਰਸ਼ੀਅਲ ਕਰ ਦਿਆਂਗੇ? ਟੈਂਡਰ ਦੀ ਲੋੜ ਕੀ ਹੈ ਸਾਨੂੰ? ਟੈਂਡਰ ਦੀ ਨਹੀਂ, ਟੈਂਡਰ ਦੀ ਨਹੀਂ, ਸ਼ਰਤਾਂ ਮੁੱਖ ਮੰਤਰੀ ਸਾਹਿਬ ਵੀ ਕਹਿ ਰਹੇ ਆ ਕਿ ਅਸੀਂ ਜਿਹੜਾ ਬਣਾਵਾਂਗੇ। ਟੈਂਡਰ 'ਚ ਬਹੁਤ ਅੰਤਰ ਹੈ। ਟੈਂਡਰ ਸ਼ਬਦ ਜਿਹੜਾ ਹੈ ਨਾ ਉਹ ਆਪਣੇ ਆਪ 'ਚ ਕਮਰਸ਼ੀਅਲ ਸ਼ਬਦ ਹੈ। ਸਾਨੂੰ ਸ਼ਰਤਾਂ ਇਹੋ ਜਿਹੀਆਂ ਰੱਖਣੀਆਂ ਚਾਹੀਦੀਆਂ ਨੇ, ਜੇਕਰ ਆਪਣਾ ਚੈਨਲ ਕ੍ਰੀਏਟ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਹ ਅੱਜ ਕੱਲ੍ਹ ਟੈਕਨੋਲੋਜੀ ਦਾ ਜ਼ਮਾਨਾ ਹੈ ਗੌਰਵ ਜੀ, ਟੈਕਨੋਲੋਜੀ ਦੇ ਵਿੱਚ ਜਿਹੜੇ ਉੱਤੇ ਉਹਨੂੰ ਫਾਇਰਵਾਲਸ ਕਹਿੰਦੇ ਨੇ, ਉਹ ਟੈਕਨੋਲੋਜੀ ਦੇ ਉੱਤੇ ਤੁਸੀਂ ਰਿਸਟ੍ਰਿਕਸ਼ਨ ਲਾ ਸਕਦੇ ਹੋ, ਉਹਦੇ ਤੇ ਲਿਮਿਟੇਸ਼ਨਸ ਲਾ ਸਕਦੇ ਹੋ। ਲਿਮਿਟੇਸ਼ਨਸ ਲਾ ਕੇ ਜਦੋਂ ਤੁਸੀਂ ਦਿਓਗੇ ਜਦੋਂ ਚੈਨਲਾਂ ਨੂੰ ਜਦੋਂ ਤੁਸੀਂ ਚੈਨਲਾਂ ਨੂੰ ਦਿਓਗੇ ਤੇ ਉਹ ਉੱਤੇ ਐਡ ਚਲਾ ਹੀ ਨਹੀਂ ਸਕਣਗੇ। ਜਿਹੜਾ ਚਲਾਏਗਾ ਉਹ ਆਟੋਮੈਟਿਕਲੀ ਜਿਹੜਾ ਹੈ ਉਹ ਆਫ 에ਅਰ ਬਲੌਕ ਹੋ ਜਾਏਗਾ। ਉਸ ਦੀ ਮਿਸਾਲ ਮੇਰੀ ਗੱਲ ਇਸ ਕਰਕੇ ਮੁਹੰਮਦ ਸਾਹਿਬ ਮੇਰੀ ਬੇਨਤੀ ਹੈ, ਪੀਰ ਮੁਹੰਮਦ ਸਾਹਿਬ ਮੈਨੂੰ ਗੱਲ ਰੱਖ ਲੈਣ ਦਿਓ। ਇਸ ਕਰਕੇ ਇਹ ਦਰਅਸਲ ਕੀ ਹੈ ਕਿ ਇੱਕ ਪਰਿਵਾਰ ਨੇ ਜਿਹੜਾ ਬੜਾ ਲੰਮਾ ਸਮਾਂ ਕਬਜ਼ਾ ਰੱਖਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ, ਉਸ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਰੋਜ਼ ਕਮਜ਼ੋਰ ਕਰਨ ਦੀ ਜਿਹੜੀ ਆ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਇਹ ਅੱਜ ਨੌਬਤ ਇਸ ਲਈ ਆਈ ਹੈ ਕਿ ਜਿਹੜੇ ਸਵਾਲ ਪ੍ਰਬੰਧ ਦੇ ਉੱਤੇ ਚੁੱਕੇ ਜਾ ਰਹੇ ਨੇ ਉਹ ਇਸ ਕਰਕੇ ਚੁੱਕੇ ਜਾ ਰਹੇ ਨੇ ਕਿ ਇੱਕ ਪਰਿਵਾਰ ਨੇ ਉਹਨੂੰ ਆਪਣੀ ਨਿੱਜੀ ਜਾਇਦਾਦ ਦੀ ਤਰ੍ਹਾਂ ਜਿਹੜਾ ਅੱਜ ਤੱਕ ਜਿਹੜਾ ਵਰਤਿਆ ਸੀ। ਸੋ ਇਸ ਕਰਕੇ ਹੈ ਕਮਰਸ਼ੀਅਲ ਨਾ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਔਰ ਟੈਂਡਰ ਸ਼ਬਦ ਦੀ ਜਗ੍ਹਾ ਤੁਸੀਂ ਇਹਦੀਆਂ ਸ਼ਰਤਾਂ ਇਹੋ ਜਿਹੀਆਂ ਬਣਾਓ ਔਰ ਚੈਨਲ ਆਪਣਾ ਕ੍ਰੀਏਟ ਕਰੋ। ਇਹ ਕਹਿ ਰਹੇ ਹੋ ਕਿ ਸ਼ਰਤਾਂ ਇਸ ਤਰੀਕੇ ਦੀਆਂ ਕਰ ਦਿੱਤੀਆਂ ਜਾਣ ਕਿ ਕੋਈ ਵੀ ਚੈਨਲ ਆਵੇ ਉਹ ਸਾਰੀਆਂ ਸ਼ਰਤਾਂ ਨੂੰ ਪੂਰੀਆਂ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਅਧਿਕਾਰ ਮਿਲ ਜਾਣ। ਬਿਲਕੁਲ ਜੀ, ਇਹਦੇ ਤੇ ਟੈਕਨੋਲੋਜੀ ਦਾ ਜ਼ਮਾਨਾ ਹੈ, ਸੀਮਿਤ ਨਾ ਰਹੇ। ਟੈਕਨੋਲੋਜੀ ਦਾ ਜ਼ਮਾਨਾ ਵੀ ਆਗੇ 10 ਦੇ 10 ਚੈਨਲ ਲੈ ਸਕਦੇ ਨੇ, ਬਸ ਸ਼ਰਤਾਂ ਪੂਰੀਆਂ ਕਰੋ। ਟੈਕਨੋਲੋਜੀ ਦਾ ਜ਼ਮਾਨਾ ਹੈ, ਮੈਂ ਤਾਂ ਟੈਕਨੋਲੋਜੀ ਦੀ ਗੱਲ ਕਰ ਰਿਹਾ। ਦੇਖੋ ਗੱਲ ਇਹ ਆ, ਉਹਦੀ ਮਿਸਾਲ ਇੱਕ ਹੀ ਦੇ ਦਈਏ, ਸਾਰਾਗੜ੍ਹੀ ਨਿਵਾਸ ਉਹਦੇ ਬਿਲਕੁਲ ਸਾਹਮਣੇ ਸਕਰੀਨਾਂ ਲੱਗੀਆਂ ਨੇ, ਪੰਜਾਬ ਸਰਕਾਰ ਨੇ ਸਕਰੀਨਾਂ ਲਾਈਆਂ ਤੇ ਜਦੋਂ ਹੁਣ ਸਰਕਾਰ ਬਦਲੀ ਤੇ ਇਹਨਾਂ ਦੀ ਸਰਕਾਰ ਆਈ, ਇਹਨਾਂ ਨੇ ਸਭ ਤੋਂ ਪਹਿਲਾਂ ਉਹਨੂੰ ਕਮਰਸ਼ੀਅਲ ਕੀਤਾ ਔਰ ਉੱਥੇ ਇਹਨਾਂ ਨੇ ਆਪਣੀ ਐਡ ਚਲਾਉਣੀ ਸ਼ੁਰੂ ਕਰ ਦਿੱਤੀ, ਜਿਹੜਾ ਕਿ ਨਰੋਲ ਗੁਰਬਾਣੀ ਕੀਰਤਨ ਵਾਸਤੇ ਉਹ ਜਿਹੜੀ ਸਕਰੀਨਾਂ ਲਗਾਈਆਂ ਗਈਆਂ ਸੀ। ਇਹ ਤਾਂ ਨਿੱਕੀ ਨਿੱਕੀ ਚੀਜ਼ ਦੇ ਵਿੱਚ ਆਪਣੀ ਮਸ਼ਹੂਰੀ ਤੋਂ ਜਿਹੜਾ ਐਡ ਦੇ ਕੇ ਹਰ ਪੱਧਰ ਦੇ ਉੱਤੇ ਹੁਣ ਤੁਸੀਂ ਦੇਖੋ ਜਿਹੜਾ ਟੀਵੀ ਚੈਨਲਾਂ ਨੂੰ ਜਿਸ ਤਰੀਕੇ ਨਾਲ ਖਰੀਦਿਆ ਜਾ ਰਿਹਾ, 850 ਕਰੋੜ ਰੁਪਏ ਦੀ ਐਡ ਇਹ ਅਲੱਗ ਹੀ ਇਹਨਾਂ ਨੇ ਰੱਖੀ ਹੋਈ ਹੈ। ਕੀ ਉਸ ਐਡ ਦੀ ਕੋਈ ਲੋੜ ਹੈਗੀ ਹੈ? ਇਸੇ ਤਰੀਕੇ ਦੇ ਨਾਲ ਹੀ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਐਕਟ ਬਣਾ ਰਹੇ ਆ ਉਸੇ ਤਹਿਤ ਇਹਨਾਂ ਨੇ ਮੋਨੋਪੋਲੀ ਕਾਇਮ ਕਰਨੀ ਹੈ। ਅੱਜ ਤੁਸੀਂ ਦੇਖੋ ਟੀਵੀ ਚੈਨਲ ਦੇ ਉੱਤੇ ਉਹ ਚੀਜ਼ ਦਿਖਾਈ ਜਾ ਰਹੀ ਹੈ ਜਿਹੜੀ ਇਹ ਚਾਹੁੰਦੇ ਆ। ਵੱਖਰੀ ਗੱਲ ਹੈ ਤੁਸੀਂ ਮੌਕਾ ਦਿੰਦੇ ਹੋ ਸਾਨੂੰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਪਰ ਪਿਛਲੇ 1 ਘੰਟੇ ਤੋਂ ਤੁਹਾਡੇ ਜੋ ਦਿਲ ਚ ਆ ਰਿਹਾ ਤੁਸੀਂ ਉਹ ਬਿਲਕੁਲ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਅਸੀਂ ਧੰਨਵਾਦ ਕਰਦੇ ਹਾਂ। ਤੁਸੀਂ ਇੱਕ ਜਵਾਬ ਦੇ ਦਿਓ ਹੁਣ, ਤੁਸੀਂ ਇੱਕ ਵਾਰੀ ਥੋੜਾ ਜਿਹਾ ਰੁਕ ਜਾਓ, ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਮੈਂ ਕੰਗ ਜੀ ਦਾ ਔਰ ਜੈਬਾਨ ਜੀ ਦਾ ਰਿਐਕਸ਼ਨ ਜ਼ਰੂਰ ਲੈਣਾ। ਜੈਬਾਨ ਜੀ, ਤੁਸੀਂ ਕਹਿ ਰਹੇ ਸੀ ਕਿ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਅਕਾਲੀ ਦਲ ਐਸਜੀਪੀਸੀ ਕੁੰਗਲ ਤੁਹਾਡੇ ਵਾਲੇ ਪਾਸੇ ਵੀ ਚੁੱਕਦਾ ਹੈ ਕਿ ਦੇਖੋ ਤੁਸੀਂ ਹਰਿਆਣਾ 'ਚ ਕੀ ਕੀਤਾ, ਔਰ ਦੂਜੇ ਪਾਸੇ ਇਲਜ਼ਾਮ ਤਾਂ ਇਹ ਵੀ ਲਗਾ ਦਿੱਤੇ ਕਿ ਜੋ ਪੰਜਾਬ 'ਚ ਹੋ ਰਿਹਾ ਨਾ ਇਸ ਪੂਰੀ ਕਹਾਣੀ ਦੇ ਪਿੱਛੇ ਕੇਂਦਰ ਬੀਜੇਪੀ ਦਾ ਵੀ ਹੱਥ ਹੈ।
ਨਹੀਂ ਜੀ, ਇਹ ਤਾਂ ਬਿਲਕੁਲ ਗਲਤ ਹੈ। ਵੈਸੇ ਤਾਂ ਪੀਰ ਮੁਹੰਮਦ ਜੀ ਨੇ ਬੀਜੇਪੀ ਬਾਰੇ ਕਿਹਾ ਨਹੀਂ, ਪਰ ਮੈਂ ਜਿਹੜੀ ਹਰਿਆਣੇ ਦੀ ਗੱਲ ਹੈ ਉਹ ਇੱਥੇ ਤੁਹਾਨੂੰ ਦੱਸ ਦਵਾਂ। ਕਹੀ ਹੈ ਜੀ ਬੀਜੇਪੀ ਬਾਰੇ, ਬੀਜੇਪੀ ਕਹੀ ਹੈ ਜੀ, ਬੜੀ ਕਲੀਅਰ ਕਹੀ ਹੈ ਉਹਨਾਂ ਨੇ। ਔਰ ਸਾਨੂੰ ਵੀ ਸ਼ੰਕਾ ਇਹੋ ਹੀ ਹੈ ਕਿ ਹੱਥ ਤੁਹਾਡਾ ਹੀ ਹੈ। ਜਿਹੜਾ ਕੇਸ ਹੈ ਹਰਿਆਣੇ ਦਾ, ਜਿਹੜਾ ਕੇਸ ਹੈ ਉਹ ਕਾਂਗਰਸ ਦੇ ਟਾਈਮ ਦੇ ਵਿੱਚ ਉੱਥੇ ਫਾਈਲ ਹੋਇਆ ਸੀ ਸੁਪਰੀਮ ਕੋਰਟ ਦੇ ਵਿੱਚ। ਉਦੋਂ ਕਾਂਗਰਸ ਦੀ ਗਵਰਨਮੈਂਟ ਸੈਂਟਰ 'ਚ ਸੀਗੀ। ਜੈਮਨ ਸਿੰਘ ਜੀ ਉਹੀ ਕੰਮ ਤਾਂ ਹੈ ਜੋ ਕਾਂਗਰਸ ਨੇ ਕੀਤਾ, ਬੀਜੇਪੀ ਨੇ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਨਹੀਂ, ਉਹ ਤੁਹਾਡੇ ਤੁਸੀਂ ਮਹੰਤ ਕਰਮਜੀਤ ਸਿੰਘ ਤੇ ਤੁਸੀਂ ਜਬਰੀ ਬਿਠਾਇਆ ਨਾ ਉੱਥੇ ਪ੍ਰਬੰਧਾਂ ਦੇ ਉੱਤੇ। ਜਗਵੰਤ ਜੀ ਨੂੰ ਕੰਪਲੀਟ ਕਰ ਲੈਣ ਦਿਓ, ਸਮਾਂ ਬਹੁਤ ਪੂਰਾ ਆਪਣੇ ਆਪ ਲੋਕਾਂ ਨੂੰ ਆਪਣੇ ਨਾਲ ਨਹੀਂ ਰੱਖ ਸਕੀ। ਐਸਜੀਪੀਸੀ ਦੀ ਆਪਣੇ ਜਿਹੜੀਆਂ ਪਾਲਿਸੀ ਸੀਗੀਆਂ ਉਹਦੇ ਨਾਲ ਹਰਿਆਣਾ ਤੰਗ ਸੀਗਾ। ਇਹਦੇ 'ਚ ਅਸੀਂ ਕੁਝ ਨਹੀਂ ਕਰ ਸਕਦੇ। ਸਾਡੇ ਉੱਤੇ ਉਸ ਚੀਜ਼ ਦਾ ਬਲੇਮ ਲਗਾਉਣ ਦਾ ਕੋਈ ਮਤਲਬ ਨਹੀਂ ਹੈ। ਦੂਸਰੀ ਗੱਲ ਮੈਂ ਦੁਬਾਰਾ ਇਹ ਕਹਾਂਗਾ ਕਿ ਜਿਹੜੀ ਇਹ ਸਾਰੇ ਗੱਲ ਦੀ ਬੈਸਟ ਆਪਸ਼ਨ ਹੈ ਉਹ ਇਹੋ ਹੀ ਹੈ ਕਿ ਆਪਣਾ ਐਸਜੀਪੀਸੀ ਚੈਨਲ ਖੋਲ ਲੇ। ਤੇ ਚੈਨਲ ਅੱਜਕੱਲ ਵੀ ਕੀਤਾ ਜਾ ਸਕਦਾ ਹੈ। ਅਗਰ ਤੁਹਾਡਾ ਬਣਿਆ ਨਹੀਂ ਹੈ ਤੇ ਲੀਸ ਵੀ ਹੋ ਸਕਦਾ ਹੈ। ਤੇ ਇਟ ਇਜ਼ ਬੈਸਟ ਕਿ ਥਰੂ ਆਊਟ ਦ ਵਰਲਡ ਆਪਣੇ ਚੈਨਲ ਤੋਂ ਹੀ ਆਪਣਾ ਪ੍ਰਚਾਰ ਕਰਨ ਗੁਰਬਾਣੀ ਦਾ। ਤੇ ਬਾਕੀ ਇਹ ਕਿਸੇ ਵੀ ਦੇਣ ਦੀ ਗੱਲ ਜਿਹੜੀ ਹੈ ਇਹ ਠੀਕ ਨਹੀਂ ਹੁੰਦੀ ਹੈ। ਇਹ ਮੇਰੀ ਇਹਨਾਂ ਨੂੰ ਸੁਜੈਸ਼ਨ ਹੋਏਗੀ। ਤੀਸਰੀ ਗੱਲ ਜਦੋਂ ਜਾਂਦੀ ਹੈ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਨੂੰ ਹਰ ਚੀਜ਼ ਨੂੰ ਸੈਂਸੇਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਭਗਵੰਤ ਮਾਨ ਜੀ ਜਿਸ ਤਰੀਕੇ ਦੀ ਸ਼ਬਦਾਵਲੀ ਯੂਜ਼ ਕਰਦੇ ਨੇ ਉਹ ਬਿਲਕੁਲ ਠੀਕ ਨਹੀਂ ਹੈ। ਜਦੋਂ ਵੀ ਇਹ ਕਿਧਰੇ ਫਸ ਜਾਂਦੇ ਨੇ, ਕਦੀ ਗਵਰਨਰ ਨੂੰ ਅੱਗੇ ਕਰ ਦਿੰਦੇ ਨੇ, ਕਦੀ ਕਿਸੇ ਨੂੰ ਅਰੈਸਟ ਕਰ ਲੈਂਦੇ ਨੇ, ਕਦੀ ਸੈਂਟਰ ਦੇ ਨਾਲ ਪ੍ਰੋਬਲਮ ਖੜੀ ਕਰ ਦਿੰਦੇ ਨੇ, ਕਦੀ ਐਸਜੀਪੀਸੀ ਨਾਲ ਕਰ ਦਿੰਦੇ ਨੇ। ਇਹਨਾਂ ਨੂੰ ਆਪਣੀ ਕੰਸ ਦੇ ਉੱਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਤੇ ਇਹ ਸਾਰੀਆਂ ਰੋਜ਼ ਦਾ ਇੱਕ ਸੈਂਸੇਸ਼ਨ ਇਹ ਖੜੀ ਕਰ ਰਹੇ ਨੇ, ਇਹਦੇ ਨਾਲ ਨਾ ਪੰਜਾਬ ਨੂੰ ਫਾਇਦਾ ਹੋ ਰਿਹਾ, ਨਾ ਪਾਰਟੀ ਨੂੰ ਫਾਇਦਾ ਹੋ ਰਿਹਾ, ਨਾ ਕਿਸੇ ਨੂੰ ਫਾਇਦਾ ਹੋ ਰਿਹਾ। ਦੈਟ ਇਜ਼ ਆਲ ਦੈਟ। ਠੀਕ ਹੈ ਕੰਗ ਜੀ, ਆਮ ਆਦਮੀ ਪਾਰਟੀ ਦਾ ਇੱਕ ਤੁਹਾਡਾ ਫਾਈਨਲ ਇਸ ਡਿਬੇਟ ਦੇ ਵਿੱਚ ਰਿਐਕਸ਼ਨ ਚਾਹਾਂਗਾ। ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਦੋ ਚੀਜ਼ਾਂ, ਇੱਕ ਤਾਂ ਰਾਜਪਾਲ ਸਾਹਿਬ ਤੋਂ ਮਨਜ਼ੂਰੀ ਵੀ ਚਾਹੀਦੀ ਹੈ, ਉਹ ਵੀ ਇੱਕ ਤੁਹਾਡੇ ਸਾਹਮਣੇ ਵੱਡਾ ਟਾਸਕ ਹੋਏਗਾ। ਤੇ ਉਸ ਤੋਂ ਬਾਅਦ ਜਿਹੜਾ ਦੂਜਾ ਪੁਆਇੰਟ ਹੈ ਕਿ ਇਹ ਫ੍ਰੀ ਟੂ 에ਅਰ ਹੋਵੇ, ਇਸ ਦੇ ਲਈ ਕਦਮ ਕੀ ਚੁੱਕੇ ਜਾਣਗੇ ਕਿ ਪੰਜਾਬ ਦੇ ਲੋਕ ਜਾਂ ਸਿੱਖ ਸੰਗਤ ਜਿੱਥੇ ਵੀ ਬੈਠੀ ਹੈ ਉਮੀਦ ਕਰੇਗੀ ਅਗਲੇ 1 ਮਹੀਨੇ 2 ਮਹੀਨੇ 3 ਮਹੀਨੇ ਦੇ ਵਿੱਚ ਫ੍ਰੀ ਟੂ 에ਅਰ ਉਹਨਾਂ ਨੂੰ ਗੁਰਬਾਣੀ ਦਾ ਪ੍ਰਸਾਰਣ ਮਿਲੇਗਾ। ਦੇਖੋ, ਰਾਜਪਾਲ ਜਿਹੜੇ ਆ ਹੀ ਵਿਲ ਐਕਟ ਔਨ ਦਾ ਏਡ ਐਂਡ ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰ। ਉਹ ਉਹਨਾਂ ਦੀ ਬਾਉਂਡਿੰਗ ਹੈ, ਉਹਨਾਂ ਨੇ ਕਾਉਂਸਲ ਆਫ ਮਿਨਿਸਟਰ ਦੇ ਫੈਸਲੇ ਨੂੰ ਅਪਰੂਵ ਕਰਨਾ ਹੈ। ਰਾਜਪਾਲ ਸਾਡਾ ਸੰਵਿਧਾਨ ਕਹਿੰਦਾ ਹੈ। ਦੇਖੋ ਅੱਜ ਮੁੱਖ ਮੰਤਰੀ ਜੀ ਨੇ ਕੀ ਕੀਤਾ, ਦੇਖੋ ਕਰੋੜਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਸੀ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ, ਉਹਨਾਂ ਦੇ ਘਰ ਘਰ ਤੱਕ ਫ੍ਰੀ ਆਫ ਕਾਸਟ, ਫ੍ਰੀ ਟੂ 에ਅਰ ਗੁਰਬਾਣੀ ਦਾ ਪ੍ਰਸਾਰ ਜਿਹੜੀ ਸਰਬ ਸਾਂਝੀ ਗੁਰਬਾਣੀ ਹੈ ਉਹ ਘਰ ਘਰ ਤੱਕ ਪਹੁੰਚੇ। ਇਹ ਬੜਾ ਸਿੰਪਲ ਜਾ, ਇਹਦੀ ਮਰਿਆਦਾ ਐਸਜੀਪੀਸੀ ਜਿਹੜੀ ਆ ਉਹ ਬਣਾ ਕੇ ਰੱਖੇ। ਇਹਦੇ ਨਾਲ ਇੱਕ ਤੇ ਚੈਨਲਾਂ ਦੀ ਮੋਨੋਪੋਲੀ ਖਤਮ ਹੋਈ ਹੈ, ਇੱਕ ਪਰਿਵਾਰ ਦੀ, ਦੂਜਾ ਐਸਜੀਪੀਸੀ ਨੂੰ ਵੀ ਤਾਕਤ ਮਿਲਦੀ ਆ ਕਿ ਉਹ ਇੰਡੀਪੈਂਡੈਂਟਲੀ ਕੰਮ ਕਰੇ। ਇਹ ਨਹੀਂਗਾ ਕਿ ਜੋ ਤੁਸੀਂ ਨਚਾਓਗੇ ਜਿੰਨੀ ਚਾਬੀ ਭਰ ਦੋ। ਮੁੱਖ ਮੰਤਰੀ ਜੀ ਨੇ ਤੇ ਇੱਕ ਤਰੀਕੇ ਨਾਲ ਐਸਜੀਪੀਸੀ ਨੂੰ ਵੀ ਇੰਪਾਵਰ ਕਰਤਾ ਕਿ ਮਰਿਆਦਾ ਵੀ ਤੁਸੀਂ ਤੇ ਐਗਜ਼ੀਕਿਊਟ ਵੀ ਤੁਸੀਂ ਕਰਨਾ ਹੈ ਔਰ ਕਰੋੜਾਂ ਲੋਕਾਂ ਦੇ ਘਰਾਂ ਤੱਕ ਗੁਰਬਾਣੀ ਜਾਵੇ। ਇਹੀ ਗੁਰਬਾਣੀ ਦਾ ਸੰਦੇਸ਼ ਹੈ। ਇਹ ਨਹੀਂ ਹੋ ਸਕਦਾ ਕਿ ਫਲਾਨਾ ਚੈਨਲ ਹੀ ਚਲਾਊਗਾ ਤੇ ਇੰਨੇ ਤੋਂ ਇੰਨੇ ਵਜੇ ਚਲਾਊਗਾ। ਇਹ ਔਰ ਉਹਦੀ ਨਾ ਸਿਰਫ ਗੁਰਬਾਣੀ ਨਾਲ ਜੁੜੀਆਂ ਭਾਵਨਾਵਾਂ ਤੋਂ ਵਰਤੋਂ ਕਰਦੇ ਹੋਏ ਰਾਜਨੀਤਿਕ ਫਾਇਦਾ ਲੈਣਗੇ, ਉਹਨਾਂ ਦੀ ਮੋਨੋਪੋਲੀ ਟੁੱਟੂਗੀ, ਉਹਨਾਂ ਦੀ ਟੀਆਰਪੀ ਜਿਹੜੀ ਉਹ ਲੈਂਦੇ ਆ ਗੁਰਬਾਣੀ ਦੇ ਆਧਾਰ ਤੇ। ਇਹ ਪਰੰਪਰਾ ਬੰਦ ਹੋਣੀ ਚਾਹੀਦੀ ਆ ਔਰ ਮੈਨੂੰ ਲੱਗਦਾ ਆ ਇਹੀ ਕਰੋੜਾਂ ਲੋਕਾਂ ਦੀ। ਠੀਕ ਹੈ, ਚਲੋ ਆਪਾਂ ਜਵਾਬ ਲੈ ਲਈਏ, ਸਮਾਂ ਮੇਰੇ ਕੋਲ ਖਤਮ ਹੋ ਚੱਲਿਆ। ਪੀਰ ਮੁਹੰਮਦ ਸਾਹਿਬ, ਮੈਂ ਬਸ ਇਹੋ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਤੁਹਾਨੂੰ ਇਸ ਸਮੇਂ ਸੁਣ ਰਹੇ ਨੇ ਲੋਕ, ਬਹੁਤ ਸਾਰੇ ਅਜਿਹੇ ਵੀ ਹੋਣੇ ਨੇ ਜਿਨ੍ਹਾਂ ਨੂੰ ਲੱਗ ਰਿਹਾ ਕਿ ਇਹ ਫੈਸਲਾ ਠੀਕ ਨਹੀਂ, ਤੁਹਾਡੇ ਕੋਲ ਬਦਲ ਕੀ ਹੈ? ਦੇਖੋ, ਇੱਕ ਤਾਂ ਮੈਂ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਇਹਨਾਂ ਦੀ ਕੈਬਨਿਟ ਨੂੰ, ਇਹਨਾਂ ਦੇ ਵਜ਼ੀਰਾਂ ਨੂੰ ਇਹ ਗੱਲ ਕਹਾਂਗਾ ਕਿ ਗੁਰੂ ਘਰ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ, ਗੁਰੂ ਘਰ ਦੇ ਅੰਦਰ ਮੱਥਾ ਟੇਕਣ ਜਾਈਦਾ ਹੁੰਦਾ। ਦੂਸਰੀ ਗੱਲ ਇਹ ਆ, ਹਾਂ ਮੱਥਾ ਲਾਇਆ ਜਾ ਰਿਹਾ ਔਰ ਉਸੇ ਪੈਟਰਨ ਤੇ ਲਾਇਆ ਜਾ ਰਿਹਾ ਜੋ ਕਾਂਗਰਸ ਕਰਦੀ ਰਹੀ ਹੈ ਤੇ ਉਸੇ ਪੈਟਰਨ ਦੇ ਉੱਤੇ ਹੁਣ ਚੱਲਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਇਸ ਕਰਕੇ ਇਹਨਾਂ ਨੂੰ ਸਬਕ ਸਿੱਖਣਾ ਚਾਹੀਦਾ ਪਿਛਲੀ ਸਰਕਾਰਾਂ ਦੇ ਵਿੱਚ ਕੀ ਹੁੰਦਾ ਰਿਹਾ ਤੇ ਕਿਵੇਂ ਪੰਜਾਬ ਜਿਹੜਾ ਹੈ, ਪੰਜਾਬ ਸਾਡਾ ਇੱਥੇ ਆਪਸੀ ਸਦਭਾਵਨਾ ਦੇ ਨਾਲ ਰਹਿੰਦੇ ਆ ਤੇ ਸਿੱਖ ਨੂੰ ਸਿੱਖ ਨਾਲ ਲੜਾਉਣ, ਗੁਰੂ ਦੇ ਸਿੱਖਾਂ ਨੂੰ ਆਪਸ ਵਿੱਚ, ਚਾਹੇ ਉਹਦੇ ਵਿੱਚ ਦੂਸਰੇ ਧਰਮਾਂ ਦੇ ਲੋਕ ਜਿਹੜੇ ਨਾਨਕ ਨਾਮ ਲੈਵਾ ਸਿੱਖ ਨੇ ਉਹ ਵੀ ਵਿੱਚ ਸ਼ਾਮਲ ਹੁੰਦੇ ਨੇ। ਸੋ ਇੱਕ ਤਾਂ ਇਹ ਸਦਭਾਵਨਾ ਵਾਲਾ ਮਾਹੌਲ ਇੱਥੇ ਬਣਿਆ ਰਹਿਣਾ ਚਾਹੀਦਾ। ਦੂਸਰੀ ਗੱਲ ਇਹ ਆ, ਬਦਲ ਕੀ ਹੈ ਸਰ ਤੁਹਾਡੇ ਕੋਲ? ਇਹ ਪੂਰਾ ਬਣ ਰਿਹਾ ਹੈ, ਤੁਸੀਂ ਸੁਪਰੀਮ ਕੋਰਟ ਜਾਣ ਦਾ ਵਿਚਾਰ ਕਰ ਰਹੇ ਹੋ? ਨਹੀਂ, ਸਾਨੂੰ ਤਾਂ ਇਹਦੇ ਤੇ ਸੰਘਰਸ਼ ਕਰਨਾ ਪਵੇਗਾ ਔਰ ਸੰਘਰਸ਼ ਕਰਾਂਗੇ। ਕੋਈ ਅੰਦੋਲਨ ਛੇੜਨ ਜਾ ਰਹੇ ਹੋ? ਸ਼੍ਰੋਮਣੀ ਅਕਾਲੀ ਦਲ ਦਾ ਸੰਘਰਸ਼ ਪਤਾ ਹੀ ਹੈ ਫਿਰ ਤੁਹਾਨੂੰ,
ਜਦੋਂ ਜਿਹੜਾ ਵੀ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹਮੇਸ਼ਾ ਉਹਦੇ ਵਿੱਚ ਖਾਲਸੇ ਦੀ ਫਤਿਹ ਹੋਈ ਹੈ ਤੇ ਇਹਦੇ ਵਿੱਚ ਵੀ ਅਸੀਂ ਜਿਹੜਾ ਹੈ ਮੌਕਾ ਦੇਣਾ ਚਾਹੁੰਦੇ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਇਹੋ ਜਿਹਾ ਮਾਹੌਲ ਇੱਥੇ ਨਾ ਬਣਾਇਆ ਜਾਵੇ ਜਿਸ ਦੇ ਨਾਲ ਤੁਸੀਂ ਖਾਨਾ ਜੰਗੀ ਕਰਨਾ ਚਾਹੁੰਦੇ ਜੇ। ਇਹ ਗੁਰਬਾਣੀ ਕੀਰਤਨ ਠੀਕ ਹੈ, ਦਾ ਮੈਂ ਵਾਈਂਡ ਅਪ ਕਰਨਾ ਹੈ। ਤੁਸੀਂ ਕਹਿ ਰਹੇ ਹੋ ਕਿ ਸੰਘਰਸ਼ ਦੀ ਸ਼ੁਰੂਆਤ ਕਰ ਦੋਗੇ ਜੇਕਰ ਇਹ ਬਿੱਲ ਪਾਸ ਹੋਇਆ ਜਾਂ ਫਿਰ ਇਸ ਨੂੰ ਲਾਗੂ ਕਰਵਾਉਣ ਦੀ ਕੋਸ਼ਿਸ਼? ਬਿਲਕੁਲ ਇਹਦੇ ਨਗਾਰੇ ਦੀ ਚੋਟ ਦੇ ਉੱਤੇ ਸੰਘਰਸ਼ ਦੀ ਕਰਾਂਗੇ। ਤਸਵੀਰ ਕੀ ਹੋਏਗੀ? ਤਸਵੀਰ ਤਾਂ ਫਿਰ ਸਮਾਂ ਦੱਸੇਗਾ, ਸਾਡੀ ਪਾਰਟੀ ਦੱਸੇਗੀ ਔਰ ਪਾਰਟੀ ਪ੍ਰਧਾਨ ਸਾਹਿਬ ਦੱਸਣਗੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੋ ਜਿਹਾ ਇਹਦੇ ਵਿੱਚ ਡਿਸੀਜਨ ਲੈਣਗੇ ਉਸ ਦੇ ਨਾਲ ਜੋ ਆਦੇਸ਼ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਜਾਵੇਗਾ ਅਸੀਂ ਉਹਦੇ ਉੱਤੇ ਪਹਿਰਾ ਦੇਵਾਂਗੇ। ਠੀਕ ਹੈ ਸਰ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ ਹੈ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਪੀਰ ਮੁਹੰਮਦ ਜੀ ਤੁਹਾਡਾ ਵੀ, ਕਾਲੋਂ ਸਾਹਿਬ ਤੁਹਾਡਾ ਵੀ ਧੰਨਵਾਦ, ਜੈਬੰਸ਼ ਜੀ ਧੰਨਵਾਦ ਤੇ ਕੰਗ ਸਾਹਿਬ ਤੁਹਾਡਾ ਵੀ ਧੰਨਵਾਦ ਇਸ ਪੂਰੀ ਚਰਚਾ ਦੇ ਵਿੱਚ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਖੈਰ ਮੁੱਦਾ ਗੰਭੀਰ ਹੈ ਪਰ ਕੀ ਵਾਕਈ ਇਹ ਸ਼ੁਰੂਆਤ ਹੋਈ ਹੈ ਅਜੇ ਕਿ ਬਹੁਤ ਸੌਖਾ ਹੋ ਸਕੇਗਾ ਸਰਕਾਰ ਦੇ ਲਈ ਵੀ ਕਿ ਇੱਕ ਬਿੱਲ ਲਿਆਉਂਦਾ ਬਿੱਲ, ਕਿਉਂਕਿ ਨੰਬਰ ਤਾਂ ਪੂਰੇ ਨੇ ਵਿਧਾਨ ਸਭਾ ਦੇ ਅੰਦਰ 92 ਵਿਧਾਇਕ ਜਿੱਤ ਕੇ ਗਏ ਸੀ, ਇਸ ਕਰਕੇ ਪਾਸ ਕਰਵਾਉਣਾ ਵਿਧਾਨ ਸਭਾ ਦੇ ਅੰਦਰ ਤਾਂ ਕੋਈ ਮੁਸ਼ਕਲ ਨਹੀਂ ਹੋਣਾ। ਉਸ ਤੋਂ ਅੱਗੇ ਰਾਜਪਾਲ ਸਾਹਿਬ ਦੀ ਮਨਜ਼ੂਰੀ, ਉਸ ਤੋਂ ਅੱਗੇ ਇਸ ਨੂੰ ਇੰਪਲੀਮੈਂਟ ਲਾਗੂ ਕਰਵਾਉਣਾ, ਕਿਸ ਤਰੀਕੇ ਨਾਲ ਅੱਗੇ ਦੀ ਰੂਪਰੇਖਾ ਹੋਏਗੀ, ਐਸਜੀਪੀਸੀ ਕਾਨੂੰਨ ਜਿਹੜਾ ਐਕਟ ਬਣਨ ਤੋਂ ਬਾਅਦ ਕਿਸ ਤਰੀਕੇ ਨਾਲ ਇਸ ਪੂਰੇ ਮਾਮਲੇ ਦੇ ਵਿੱਚ ਕਦਮ ਚੁੱਕਦੀ ਹੈ ਉਸ ਦੇ ਉੱਤੇ ਵੀ ਨਜ਼ਰ ਰਹੇਗੀ। ਪਰ ਉਮੀਦ ਕਰਦੇ ਹਾਂ ਕਿ ਮੁੱਦਾ ਧਾਰਮਿਕ ਹੈ, ਇਸ ਕਰਕੇ ਬਹੁਤ ਸੰਜੀਦਗੀ ਦੇ ਨਾਲ ਸਰਕਾਰ ਤੋਂ ਲੈ ਕੇ ਐਸਜੀਪੀਸੀ ਤੱਕ ਇਸ ਨੂੰ ਹੈਂਡਲ ਕਰਨ।